इस इतिहासिक डॉक्यूमेंट्री राहीं साडे यूट्यूब चैनल द लाइव फिल्म प्रोडक्शन की टीम ने अपने तन मन धन नाल सेवा निभाई है। तुसी भी इस नूं लाइक कमेंट्स अते शेयर करके अते इस चैनल नूं सबसक्राइब करके बाबा जी के प्रचार नूं दुनिया के कोने कोने विच पहुँचाउण लई अपनी सेवा निभा सकते हो। धन धन बाबा भुम्मन शाह जी। वाह कितना खूबसूरत मनमोहना नज़ारा है। पहली नज़रे इंज भुलेखा पैंदा है जिवें जगमगाउंदियां लड़ियां नाल सजिया ताज महल होवे, पर अध्यात्म दी नज़र नाल वेखीए तां ताज महल भी इस खास इमारत दे सामने बौना ही नज़र आउंदा है, क्योंकि ताज महल फानी दुनिया दे इश्क दी निशानी है अते ए पाक रूहानी इश्क दी। ताज महल नूं बादशाह ने अपनी बेगम दी याद विच बनवाया, पर इसनूं भगतां ने अपने पीरो मुर्शद दी याद विच। उसनूं बनाउण लई बादशाह ने अपनी बेशुमार दौलत दा मामूली जिहा हिस्सा खर्च कीता, जदकि इसनूं बनाउण लई लखां लोकां ने अपने खून पसीने दी नेक कमाई विच औकात तो वध के हिस्सा पाया। अज अरबां खरबां विच ही सही ताज महल की कीमत तां लाई जा सकती है, पर शरदा तां अनमोल हुंदी है। भला इसनूं कौन किस तकड़ी विच तोल सकता है। जी हाँ, असीं जिक्र कर रहे हाँ भारत दे हरियाणा राज विच पैंदे जिला सिरसा दे पिंड संगर साधा विखे डेरा बाबा भुम्मन शाह जी दा। अज 13 पोह दा दिन है। अज बाबा भुम्मन शाह जी दा महापरिनिर्वाण दिवस है। अज दे दिन हर साल इत्थे भारी मेला लगदा है ते लखां लोकी इस पावन दरबार विच सजदा करन आउंदे हन। आओ चाक मारदे हां 18वीं सदी दे महान संत बाबा भुम्मन शाह जी दी मनुक्खता दी भलाई लई कीती गई जीवन यात्रा ते 2 विसाख 1744 संमत ਦੀ ਸਵੇਰ ਨੂੰ ਚਾਰੋਂ ਪਾਸੇ ਪਸਰੇ ਕੁੱਪ ਹਨੇਰੇ ਨੂੰ ਮਿਟਾਉਣ ਲਈ ਜਦੋਂ ਅਸਮਾਨ ਵਿੱਚ ਸੂਰਜ ਚੜ ਰਿਹਾ ਸੀ, ਇਧਰ ਮਨੁੱਖੀ ਦਿਲੋਂ ਦਿਮਾਗ ਉੱਪਰ ਛਾਏ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣ ਲਈ ਵੀ ਇੱਕ ਹੋਰ ਸੂਰਜ ਪ੍ਰਗਟ ਹੋਇਆ। ਉਹ ਪਾਵਨ ਥਾਂ ਸੀ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ ਆ ਚੁੱਕੇ ਪਿੰਡ ਬਹਿਲੋਲਪੁਰ ਤਹਿਸੀਲ ਦੀਪਾਲਪੁਰ ਵਿਖੇ ਚੌਧਰੀ ਹੱਸਾ ਰਾਮ ਅਤੇ ਮਾਤਾ ਰਾਜੋਬਾਈ ਦਾ ਘਰ। ਉਸ ਸੂਰਜ ਦੀ ਪਹਿਲੀ ਕਿਰਨ ਜਦੋਂ ਅੱਖਾਂ ਤੋਂ ਅੰਨੀ ਦਾਈ ਭਾਗੋ ਤੇ ਪਈ ਤਾਂ ਪਲ ਵਿੱਚ ਸੁਜਾਖੀ ਹੋ ਗਈ। ਵਿਆਹ ਤੋਂ ਬਹੁਤ ਸਮਾਂ ਬਾਅਦ ਬੜੀਆਂ ਅਰਦਾਸਾਂ ਤੇ ਮਨੌਤੀਆਂ ਮਗਰੋਂ ਆਪਣੇ ਇਸ਼ਟ ਬਾਬਾ ਸ਼੍ਰੀ ਚੰਦ ਜੀ ਤੋਂ ਮਿਲੇ ਆਸ਼ੀਰਵਾਦ ਰੂਪੀ ਇਸ ਦਾਤ ਨੂੰ ਪਾ ਕੇ ਹੱਸਾ ਰਾਮ ਜੀ ਨਿਹਾਲ ਹੋ ਗਏ। ਵਿਦਵਾਨ ਪੰਡਤ ਦਾਤਾ ਰਾਮ ਜੀ ਨੇ ਭੂਮੀ ਦੇ ਵਾਂਗ ਸਭਨਾਂ ਦਾ ਬੋਝ ਉਠਾਉਣ ਵਾਲਾ ਕਹਿ ਕੇ ਬਾਲਕ ਦਾ ਨਾਮ ਭੂਮੀਆਂ ਰੱਖ ਦਿੱਤਾ। ਨਿੱਕੇ ਬੱਚੇ ਤਾਂ ਖਿਡੌਣਿਆਂ ਨਾਲ ਹੀ ਖੇਡਦੇ ਹੁੰਦੇ ਨੇ, ਪਰ ਇਸ ਅਨੋਖੜੇ ਬੱਚੇ ਦੀ ਖੇਡ ਵੇਖ ਕੇ ਮਾਤਾ ਰਾਜੋ ਵੀ ਡਰ ਗਈ ਜਦੋਂ ਪੰਗੂੜੇ ਵਿੱਚ ਆਪਣੇ ਲਾਲ ਨੂੰ ਸੱਪ ਨਾਲ ਖੇਡਦੇ ਵੇਖਿਆ। ਕੁਝ ਸਾਲਾਂ ਮਗਰੋਂ ਚੌਧਰੀ ਹੱਸਾ ਰਾਮ ਜੀ ਪਰਿਵਾਰ ਸਹਿਤ ਬਹਿਲੋਲਪੁਰ ਨੂੰ ਅਲਵਿਦਾ ਕਹਿ ਕੇ ਦੀਪਾਲਪੁਰਾ ਵਸੇ। ਇੱਥੇ ਬਾਲਕ ਭੂਮੀਏ ਨੂੰ ਗਊਆਂ ਮੱਝਾਂ ਚਰਾਉਣ ਦਾ ਕੰਮ ਸੌਂਪਿਆ ਗਿਆ, ਪਰ ਮਨ ਤਾਂ ਬਾਬਾ ਸ਼੍ਰੀ ਚੰਦ ਜੀ ਦੀ ਭਗਤੀ ਵਿੱਚ ਰਮਿਆ ਰਹਿੰਦਾ ਸੀ। ਜੰਗਲ ਵਿੱਚ ਇੱਟਾਂ ਰੋੜੇ ਜੋੜ ਕੇ ਉਹਨਾਂ ਦਾ ਪ੍ਰਤੀਕ ਸਵਰੂਪ ਇੱਕ ਥੰਮ ਬਣਾ ਕੇ ਭਜਨ ਬੰਦਗੀ ਕਰਨਾ ਅਤੇ ਰਾਹੀਆਂ ਪਾਂਧੀਆਂ ਨੂੰ ਘਰੋਂ ਲਿਆਂਦੇ ਹੋਏ ਉਬਲੇ ਹੋਏ ਛੋਲੇ ਛਕਾਉਣਾ, ਪਾਣੀ ਪਵਾਉਣਾ ਇਹਨਾਂ ਦਾ ਰੋਜ਼ ਦਾ ਕੰਮ ਸੀ। ਇੱਕ ਦਿਨ ਰਾਮੇ ਖੱਤਰੀ ਦੇ ਘਰ ਲੱਗੀ ਭਿਆਨਕ ਅੱਗ ਨੂੰ ਇਹਨਾਂ ਨੇ ਪਾਣੀ ਦੇ ਇੱਕੋ ਛਿੱਟੇ ਨਾਲ ਬੁਝਾਇਆ ਤਾਂ ਲੋਕ ਜੈ ਜੈਕਾਰ ਕਰ ਉੱਠੇ। ਸਹਿਜੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦੇ ਹੀ ਦਿਲ ਵਿੱਚ ਪ੍ਰਭੂ ਭਗਤੀ ਦੀ ਲੋਰ ਹਿਲੋਰਾ ਮਾਰਨ ਲੱਗੀ ਤਾਂ ਮਾਪਿਆਂ ਤੋਂ ਇਜਾਜ਼ਤ ਲੈ ਕੇ ਪਿੰਡ ਕੱਚਾ ਪੱਕਾ ਵੱਲ ਰੁਖ ਕੀਤਾ। ਪਿੰਡ ਦੇ ਬਾਹਰ ਇੱਕ ਖੂਹ ਨੂੰ ਗੇੜ ਕੇ ਪਾਣੀ ਕੱਢਣ ਲੱਗੇ
ਤਾਂ ਖੂਹ ਆਪਣੇ ਆਪ ਹੀ ਗਿੜਨ ਲੱਗ ਪਿਆ। ਆਲੇ ਦੁਆਲੇ ਦੇ ਲੋਕਾਂ ਨੇ ਇਹਨਾਂ ਨੂੰ ਰੱਬੀ ਰੂਹ ਜਾਣ ਕੇ ਇੱਕ ਕੁਟੀਆ ਬਣਾ ਦਿੱਤੀ। ਕਹਿੰਦੇ ਕਿ ਮਹਾਂਪੁਰਸ਼ਾਂ ਦੇ ਹਰ ਕਰਮ ਦੇ ਪਿੱਛੇ ਕੋਈ ਨਾ ਕੋਈ ਮਹਾਨ ਮਕਸਦ ਹੁੰਦਾ ਹੈ। ਭੂਮੀਆ ਜੀ ਦਾ ਵੀ ਇਸ ਥਾਂ ਤੇ ਆਉਣ ਦਾ ਮਕਸਦ ਉਦੋਂ ਪਤਾ ਲੱਗਿਆ ਜਦੋਂ ਮਹਿਮਾ ਸੁਣ ਕੇ ਇੱਥੋਂ ਦਾ ਰਹਿਣ ਵਾਲਾ ਬੰਸੀ ਕੋੜੀ ਇਹਨਾਂ ਦੀ ਸ਼ਰਨ ਵਿੱਚ ਆਇਆ, ਤਾਂ ਪਲਾਂ ਵਿੱਚ ਹੀ ਉਸ ਦਾ ਕੋੜ ਠੀਕ ਹੋ ਗਿਆ। ਗੁਰਬਾਣੀ ਦਾ ਫਰਮਾਨ ਹੈ ਕਿ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ। ਸ੍ਰਿਸ਼ਟੀ ਦੇ ਇਸ ਅਟਲ ਨਿਯਮ ਨੂੰ ਨਿਭਾਉਣ ਲਈ ਭੂਮੀਆ ਜੀ ਵੀ ਪਾਕਪਟਨ ਵਿਖੇ ਉਸ ਸਮੇਂ ਦੇ ਉਦਾਸੀਨ ਪੰਥ ਦੇ ਮਹਾਨ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਸ਼ਰਨ ਵਿੱਚ ਗਏ, ਜਿਨ੍ਹਾਂ ਨੇ ਪਹਿਲੀ ਨਜ਼ਰੇ ਹੀ ਇਸ ਮਹਾਨ ਆਤਮਾ ਦਾ ਰੁਤਬਾ ਪਛਾਣਦਿਆਂ ਹੋਇਆਂ ਇਹਨਾਂ ਨੂੰ ਨਾਮ ਦੀ ਦਾਤ ਬਖਸ਼ੀ ਅਤੇ ਸ਼ਾਹਾਂ ਦਾ ਸ਼ਾਹ ਆਖਦੇ ਹੋਏ ਭੂਮੀਏ ਤੋਂ ਨਾਮ ਬਦਲ ਕੇ ਭੂਮਨ ਸ਼ਾਹ ਰੱਖ ਦਿੱਤਾ ਅਤੇ ਪਿੰਡ ਕੁਤਬਕੋਟ ਜਾ ਕੇ ਬਾਬਾ ਸ਼੍ਰੀ ਚੰਦ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਹੋਏ ਦੀਨ ਦੁਖੀਆਂ ਦੀ ਸੇਵਾ ਕਰਨ ਦਾ ਹੁਕਮ ਦਿੱਤਾ। ਇੱਥੇ ਆ ਕੇ ਬਾਬਾ ਭੂਮਨ ਸ਼ਾਹ ਜੀ ਨੇ ਆਪਣੀ ਅਧੂਰੀ ਰਹਿ ਗਈ ਕਹਾਣੀ ਨੂੰ ਪੂਰਾ ਕਰਨ ਲਈ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਪਿੰਡ ਵਾਸੀਆਂ ਨੂੰ ਦੱਸਿਆ ਕਿ ਇਹ ਸਾਡੀ ਪਿਛਲੇ ਜਨਮ ਦੀ ਤਪ ਭੂਮੀ ਹੈ, ਇਸ ਲਈ ਤੁਸੀਂ ਸਾਰੇ ਕਿਸੇ ਹੋਰ ਥਾਂ ਚਲੇ ਜਾਓ। ਬਾਬਾ ਜੀ ਦੀ ਦੱਸੀ ਹੋਈ ਇੱਕ ਥਾਂ ਤੋਂ ਟੋਇਆ ਪੁੱਟਣ ਤੇ ਹੇਠੋਂ ਦੇਗਾਂ ਕੜਾਹੇ ਨਿਕਲੇ ਦੇਖ ਕੇ ਬਾਕੀ ਪਿੰਡ ਵਾਸੀ ਤਾਂ ਮੰਨ ਗਏ, ਪਰ ਪਿੰਡ ਦੇ ਮਾਲਕ ਕਹਾਉਣ ਵਾਲੇ ਦੋ ਮੁਸਲਮਾਨ ਭਰਾ ਕੁਤਬਦੀਨ ਤੇ ਤਾਜਦੀਨ ਇਹ ਮੰਨਣ ਨੂੰ ਤਿਆਰ ਨਾ ਹੋਏ। ਭਾਣਾ ਐਸਾ ਹੋਇਆ ਕਿ ਤਾਕਤ ਦੇ ਗਰੂਰ ਵਿੱਚ ਛੋਟਾ ਭਾਈ ਤਾਜਦੀਨ ਸਾਧਨਾ ਵਿੱਚ ਬੈਠੇ ਬਾਬਾ ਜੀ ਉੱਪਰ ਘੋੜਾ ਚੜਾਉਣ ਲੱਗਾ ਤਾਂ ਘੋੜੇ ਤੋਂ ਡਿੱਗ ਕੇ ਥਾਂ ਤੇ ਹੀ ਮਰ ਗਿਆ। ਆਖਰ ਕੁਤਬਦੀਨ ਨੇ ਪਿੰਡ ਬਾਬਾ ਜੀ ਦੇ ਹਵਾਲੇ ਕਰ ਦਿੱਤਾ ਅਤੇ ਉੱਥੇ ਅੱਠੇ ਪੈਰ ਦਾ ਲੰਗਰ ਭੰਡਾਰਾ ਸ਼ੁਰੂ ਹੋ ਗਿਆ। ਇਸ ਲੰਗਰ ਦਾ ਇਹ ਨਿਯਮ ਸੀ ਕਿ ਸਭ ਤੋਂ ਪਹਿਲਾ ਲੰਗਰ ਕੁੱਤਿਆਂ ਅਤੇ ਕਾਵਾਂ ਨੂੰ ਛਕਾਇਆ ਜਾਂਦਾ ਸੀ। ਸਮਾਂ ਪੈਣ ਤੇ ਪਿੰਡ ਕੁਤਬਕੋਟ ਦਾ ਨਾਮ ਬਦਲ ਕੇ ਬਾਬਾ ਭੂਮਨ ਸ਼ਾਹ ਹੋ ਗਿਆ। ਮਹਿਮਾ ਸੁਣ ਕੇ ਇੱਕ ਦਿਨ ਹਵੇਲੀ ਲੱਖੇ ਤੋਂ ਬਖਤਾਵਰ ਬੀਬੀ ਫਾਂਸੀ ਦੀ ਸਜ਼ਾ ਹੋ ਚੁੱਕੇ ਆਪਣੇ ਪੁੱਤਰ ਲੱਖੇ ਵੱਟੂ ਦੀ ਰਿਹਾਈ ਦੀ ਫਰਿਆਦ ਲੈ ਕੇ ਆਉਂਦੀ ਹੈ। ਬਾਬਾ ਜੀ ਨੇ ਉਸ ਨੂੰ ਕੁੱਗਣੀਆਂ ਦਾ ਪ੍ਰਸ਼ਾਦ ਦਿੱਤਾ ਅਤੇ ਜੇਲ੍ਹ ਵਿੱਚ ਕੈਦ ਲੱਖੇ ਵਾਸਤੇ ਪਹੁੰਚਾਉਣ ਲਈ ਕਿਹਾ। ਇਸ ਪਾਵਨ ਪ੍ਰਸ਼ਾਦ ਨਾਲ ਐਸੀ ਕਿਰਪਾ ਹੋਈ ਕਿ ਅਗਲੀ ਪੇਸ਼ੀ ਤੇ ਹੀ ਲੱਖਾ ਬਾਇਜ਼ਤ ਬਰੀ ਹੋ ਗਿਆ। ਬਰੀ ਹੋਣ ਤੋਂ ਬਾਅਦ ਬਖਤਾਵਰ ਬੀਬੀ ਪੁੱਤਰ ਨੂੰ ਨਾਲ ਲੈ ਕੇ ਫਿਰ ਸਜਦਾ ਕਰਨ ਆਉਂਦੀ ਹੈ ਅਤੇ ਲੰਗਰ ਲਈ ਰਸਦ ਦੇ ਗੱਡੇ ਭਰ ਕੇ ਲਿਆਉਂਦੀ ਹੈ। ਲੱਖਾ ਵੱਟੂ ਬਾਬਾ ਜੀ ਦੇ ਕਹਿਣ ਤੇ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਸ਼ਰਾਫਤ ਦੀ ਜ਼ਿੰਦਗੀ ਬਸਰ ਕਰਨ ਦਾ ਵਚਨ ਦਿੰਦਾ ਹੈ। ਪਰ ਇਹ ਦੁਨੀਆ ਭਲਾ ਇੰਨਾ ਸੌਖਾ ਕਿਸੇ ਨੂੰ ਸਹੀ ਰਾਹ ਤੇ ਕਦੋਂ ਚੱਲਣ ਦਿੰਦੀ ਹੈ। ਨੇੜਲੇ ਪਿੰਡ ਮਲਕਾ ਹਾਂਸ ਦੇ ਹਾਂਸ ਕਬੀਲੇ ਦੇ ਲੋਕਾਂ ਨੇ ਉਹਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਦਿਨ ਮਿੱਥ ਕੇ ਸੁਨੇਹਾ ਭੇਜ ਦਿੱਤਾ, ਪਰ ਲੱਖਾ ਬਾਬਾ ਜੀ ਨੂੰ ਦਿੱਤਾ ਵਚਨ ਨਹੀਂ ਤੋੜਨਾ ਚਾਹੁੰਦਾ ਸੀ। ਇਸ ਲਈ ਇੱਕ ਵਾਰ ਫੇਰ ਉਹ ਉਸੇ ਪਾਵਨ ਦਰਬਾਰ ਤੇ ਫਰਿਆਦ ਲੈ ਕੇ ਆਉਂਦਾ ਹੈ। ਬਾਬਾ ਜੀ ਨੇ ਉਸ ਨੂੰ ਚਿੰਤਾ ਛੱਡ ਕੇ ਚਿੰਤਨ ਕਰਨ ਦਾ ਉਪਦੇਸ਼ ਦਿੰਦੇ ਹੋਏ ਆਸ਼ੀਰਵਾਦ ਦਿੱਤਾ ਤੇ ਪਾਣਾ ਐਸਾ ਵਰਤਿਆ ਕਿ ਜਦੋਂ ਹਾਂਸ ਕਬੀਲੇ ਵਾਲੇ ਹਮਲਾ ਕਰਨ ਲਈ ਆਏ ਤਾਂ ਉਸ ਰਾਤ ਨੂੰ ਅਜਿਹੀ ਕਾਲੀ ਹਨੇਰੀ ਤੇ ਤੂਫਾਨ ਆਇਆ ਕਿ ਹਮਲਾਵਰ ਭੁਲੇਖੇ ਨਾਲ ਨਵਾਬ ਦੀ ਛਾਉਣੀ ਵਿੱਚ ਜਾ ਵੜੇ ਅਤੇ ਸ਼ਾਹੀ ਫੌਜਾਂ ਦੇ ਹੱਥੋਂ ਮਾਰੇ ਗਏ। ਬਾਬਾ ਭੂਮਨ ਸ਼ਾਹ ਜੀ ਦੇ ਅਜਿਹੇ ਅਨੇਕਾਂ ਹੀ ਚੋਜ ਅਤੇ ਚਮਤਕਾਰਾਂ ਦੀਆਂ ਬੇਸ਼ੁਮਾਰ ਕਹਾਣੀਆਂ ਦੀ ਗਵਾਹੀ ਦਿੰਦੀ ਉਹਨਾਂ ਦੇ ਪਾਵਨ ਡੇਰੇ ਦੀ ਇਹ ਸ਼ਾਨਦਾਰ ਇਮਾਰਤ ਅੱਜ ਵੀ ਪਿੰਡ ਭੂਮਨ ਸ਼ਾਹ ਪਾਕਿਸਤਾਨ ਵਿੱਚ ਮੌਜੂਦ ਖੜੀ ਹੈ। ਇਹ ਦ੍ਰਿਸ਼ ਇਸ ਦਰਬਾਰ ਦੇ ਅੰਦਰ ਬਣੇ ਪਾਵਨ ਥੰਮ ਸਾਹਿਬ ਦਾ ਹੈ। ਇਸ ਦੀਆਂ ਦੀਵਾਰਾਂ ਤੇ ਕੀਤੀ ਹੋਈ ਅਦਭੁਤ ਮੀਨਾਕਾਰੀ ਅਤੇ ਨਾਕਾਸ਼ੀ ਦੁਨੀਆ ਭਰ ਵਿੱਚ ਬੇਮਿਸਾਲ ਹੈ। ਇਸੇ ਕਰਕੇ ਵੰਡ ਤੋਂ ਬਾਅਦ ਇਸ ਦਰਬਾਰ ਤੋਂ ਵਿਛੜੇ ਬਜ਼ੁਰਗਵਾਰ ਅਤੇ ਉਹਨਾਂ ਦੇ ਮੂੰਹੋਂ ਇਸ ਦਰਬਾਰ ਦੀ ਮਹਿਮਾ ਸੁਣ ਕੇ ਜਵਾਨ ਹੋਈ ਨਵੀਂ ਪੀੜ੍ਹੀ ਦੀਆਂ ਭਗਤ ਰੂਹਾਂ ਦੀ ਵੀ ਇੱਕੋ ਹੀ ਫਰਿਆਦ ਹੁੰਦੀ ਹੈ ਕਿ ਤੂੰ ਦਿਲ ਦੀਆਂ ਜਾਣਨ ਵਾਲਾ ਹੈ, ਤੂੰ ਦਿਲ ਦੀਆਂ ਜਾਣਨ ਵਾਲਾ ਹੈ ਕਿ ਬੋਲ ਕੇ ਮੰਗੀਏ ਹੋਰ ਬਾਬਾ। ਹੱਦੋਂ ਪਾਰ ਪਿੰਡ ਭੂਮਨ ਸ਼ਾਹ ਨੂੰ ਵੀ ਕੋਈ ਖੁੱਲ ਜਾਏ ਕਾਰੀ ਡੋਰ ਬਾਬਾ। ਹੱਦੋਂ ਪਾਰ ਪਿੰਡ ਭੂਮਨ ਸ਼ਾਹ ਨੂੰ ਵੀ ਕੋਈ ਖੁੱਲ ਜਾਏ ਕਾਰੀ ਡੋਰ ਬਾਬਾ, ਕੋਈ ਖੁੱਲ ਜਾਏ ਕਾਰੀ ਡੋਰ ਬਾਬਾ। ਦਿਲ ਵਿੱਚ ਤਾਂਗ ਹੋਵੇ ਜੇ ਮੁਰਸ਼ਿਦ ਦੇ ਦੀਦਾਰ ਦੀ, ਦਿਲ ਵਿੱਚ ਤਾਂਗ ਹੋਵੇ ਜੇ ਮੁਰਸ਼ਿਦ ਦੇ ਦੀਦਾਰ ਦੀ, ਰੁਕਦੇ ਨਾ ਪੈਰ ਫਿਰ ਮਿੱਟੀ ਵਾਜਾ ਮਾਰਦੀ, ਰੁਕਦੇ ਨਾ ਪੈਰ ਫਿਰ ਮਿੱਟੀ ਵਾਜਾ ਮਾਰਦੀ। ਰੇਤਲੀ ਧਰਤੀ ਰਾਜਸਥਾਨ ਦੇ ਜ਼ਿਲ੍ਹਾ ਕਰਨਪੁਰ ਦੇ ਪਿੰਡ
61F ਤੋਂ ਪੈਦਲ ਚੱਲ ਕੇ ਆਏ ਹਨ ਬਾਬਾ ਜੀ ਦੇ ਇਹ ਭਗਤ ਯੋਧੇ। ਬੱਸਾਂ, ਰੇਲਾਂ ਜਾਂ ਆਪਣੀਆਂ ਕਾਰਾਂ ਰਾਹੀਂ ਵੀ ਆ ਸਕਦੇ ਸਨ, ਪਰ 250 ਕਿਲੋਮੀਟਰ ਪੈਂਡਾ ਆਪਣੇ ਕਦਮਾਂ ਨਾਲ ਮਾਪ ਕੇ ਆਉਣ ਦਾ ਆਨੰਦ ਹੀ ਵੱਖਰਾ ਹੈ, ਜਿਸ ਦਾ ਇਹਨਾਂ ਨੂੰ 21 ਸਾਲਾਂ ਤੋਂ ਚਸਕਾ ਪਿਆ ਹੋਇਆ ਹੈ। ਸੱਚਖੰਡ ਦਾ ਵਾਲੀ ਦਾ ਤਾਂ ਨਾਮ ਜਪਾਈ ਜਾਵੇ, ਬੇੜੀ ਦਾ ਹਮਲਾ ਦਾ ਦਿਆ ਬੰਨੇ ਲਾਈ ਜਾਵੇ, ਦਰ ਤੇਰੇ ਨੂੰ ਦੂਰਾ ਦੂਰਾ, ਦਰ ਤੇਰੇ ਨੂੰ ਦੂਰਾ ਦੂਰਾ, ਸੰਗਤਾਂ ਨੇ ਢੁਕੀਆਂ ਬਾਬਾ ਬੁੰਮਨ ਸ਼ਾਹ ਦੋਰਾ ਤੇਰੇ ਉੱਤੇ ਸੁੱਟੀਆਂ, ਮੇਰੇ ਮਾਹਲ ਕਾ ਦੋਰਾ ਤੇਰੇ ਉੱਤੇ ਸੁੱਟੀਆਂ। ਮੈਂ ਲਗਾਤਾਰ 2001 ਚ ਆਇਆ ਸੀਗਾ ਪਹਿਲੀ ਵਾਰੀ, ਤੇ ਉਸ ਤੋਂ ਬਾਅਦ 2021 ਚ ਅੱਜ ਤੱਕ ਲਗਾਤਾਰ ਆ ਰਿਹਾ। ਮੈਨੂੰ 21 ਸਾਲ ਹੋ ਗਏ ਜੀ ਪੈਦਲ ਆਉਂਦੇ ਨੂੰ ਜੀ, ਤੇ ਬਾਬਾ ਜੀ ਦੀ ਪੂਰੀ ਕਿਰਪਾ ਜੀ, ਪੂਰੀ ਮੌਜ ਹੈ ਜੀ। 250 ਕਿਲੋਮੀਟਰ ਚੱਲ ਕੇ ਆਉਂਦੇ ਆ, ਸਾਡੇ ਚਿਹਰੇ ਤੇ ਬਿਲਕੁਲ ਥਕਾਨ ਨਹੀਂ, ਬੜੀ ਖੁਸ਼ੀ ਹੁੰਦੀ ਹੈ। ਇੱਥੇ ਆ ਕੇ ਤਾਂ ਸਾਨੂੰ ਮੈਂ ਕਿਹਾ ਚਾਹ ਹੀ ਚੜ ਜਾਂਦਾ ਜੀ। 1 2 3 4 जब तक सूरज चांद रहेगा। हाँ जी। किन्ने किलोमीटर टुर के पुत्र? अद्धी वाट तो थोड़े घट तो रह जाना। अच्छा अद्धी वाट ठीक है। किवें नज़ारा आया? हाँ जी पूरा। थक्का थुक्का नहीं? ना। पक्का? पक्का। बाबे दी मौज है। हाँ जी। ਅੱਜ ਦੇ ਦੌਰ ਦੇ ਵਿੱਚ ਬੱਚਿਆਂ ਦੇ ਸੰਸਕਾਰਾਂ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦੇ ਸੰਸਕਾਰ ਅੱਛੇ ਹੋਣਗੇ, ਬੱਚਿਆਂ ਦੇ ਵਿਚਾਰ ਅੱਛੇ ਹੋਣਗੇ, ਬੱਚਿਆਂ ਦੇ ਫਿਰ ਕਰਮ ਅੱਛੇ ਹੋਣਗੇ। ਇਸ ਵਾਸਤੇ ਸਭ ਤੋਂ ਪਹਿਲਾ ਅਤੇ ਵੱਡਾ ਫਰਜ਼ ਮਾਂ-ਬਾਪ ਦਾ ਹੈ ਕਿ ਆਪਣੇ ਅਸੀਂ ਬੱਚਿਆਂ ਦੇ ਸੰਸਕਾਰ ਅੱਛੇ ਬਣਾਈਏ, ਉਹਨਾਂ ਦਾ ਜੋ ਧਿਆਨ ਹੈ ਪੜ੍ਹਾਈ ਦੀ ਤਰਫ ਲਗਾਈਏ, ਉਹਨਾਂ ਦਾ ਧਿਆਨ ਜੋ ਹੈ ਗੁਰੂ ਘਰ ਦੀ ਤਰਫ ਲਗਾਈਏ। ਇਹ ਨਾ ਹੋਵੇ ਕਿ ਅਸੀਂ ਲੋਕ ਆਪਣੇ ਬੱਚਿਆਂ ਨੂੰ ਖਰਚਣ ਦੇ ਵਾਸਤੇ ਪੈਸੇ ਦਿੰਦੇ ਰਹੀਏ, ਜ਼ਿਆਦਾ ਤੋਂ ਜ਼ਿਆਦਾ ਪੈਸੇ ਦਿੰਦੇ ਰਹੀਏ। ਅਗਰ ਅਸੀਂ ਲੋਕ ਉਹਨਾਂ ਨੂੰ ਸੰਸਕਾਰ ਨਹੀਂ ਦਿੰਦੇ ਹਾਂ ਤਾਂ ਗੁਰੂ ਪਿਆਰਿਓ, ਇਹ ਯਾਦ ਰੱਖਣਾ ਸਭ ਤੋਂ ਵੱਡੇ ਦੁਸ਼ਮਣ ਮਾਂ-ਬਾਪ ਹੀ ਆਪਣੇ ਬੱਚਿਆਂ ਦੇ ਹੋਣਗੇ, ਅਗਰ ਸੰਸਕਾਰ ਅੱਛੇ ਨਾ ਦੇਣਗੇ ਤਾਂ। ਇੱਕ ਅਪੀਲ, ਇੱਕ ਅਰਜ਼ ਹੈ ਕਿ ਆਪਣੇ ਬੱਚਿਆਂ ਨੂੰ ਬਾਬਾ ਜੀ ਦੇ ਲੜ ਲਾਓ, ਸੰਗਰ ਸਦਾ ਲੈ ਕੇ ਆਓ। ਆਪਣੇ ਜੋ ਪਿਛੋਕੜ ਹੈ, ਆਪਣੀ ਜੜ੍ਹਾਂ ਨੇ, ਆਪਣਾ ਜੋ ਕੁਲ ਗੁਰੂ ਹੈ, ਉਹਨੂੰ ਕਦੇ ਵੀ ਨਹੀਂ ਵਿਸਾਰਨਾ। ਉਹ ਕਿਵੇਂ ਹੋਵੇਗਾ? ਜਿਵੇਂ ਆ ਮਿਸਾਲ ਆਪਣੇ ਸਾਹਮਣੇ ਖੜੀ ਹੈ। ਕਿਵੇਂ ਭੁਲਾਵਾਂ ਦੱਸ ਓਏ ਰੱਬਾ ਯਾਦਾਂ ਇਸ ਦਰਬਾਰ ਦੀਆਂ, ਕਿਵੇਂ ਭੁਲਾਵਾਂ ਦੱਸ ਓਏ ਰੱਬਾ ਯਾਦਾਂ ਇਸ ਦਰਬਾਰ ਦੀਆਂ, ਕਿਵੇਂ ਭੁਲਾਵਾਂ ਦੱਸ ਓਏ ਰੱਬਾ ਯਾਦਾਂ ਇਸ ਦਰਬਾਰ ਦੀਆਂ, ਕਿਵੇਂ ਭੁਲਾਵਾਂ ਦੱਸ ਓਏ ਰੱਬਾ ਯਾਦਾਂ ਇਸ ਦਰਬਾਰ ਦੀਆਂ। ਕਿੰਨੀ ਮਹਿਮਾ ਗੱਲ ਹੈ ਭਗਤਾ ਰਹਿਣੀ ਏ ਉਹ ਥੋੜੀ, ਓਏ ਇੱਕ ਨਾ ਵੇਖੇ ਦੋ ਨਹੀਂ ਵੇਖੇ ਤਰ ਗਏ ਲੱਖ ਕਰੋੜੀ, ਸਾਨੂੰ ਰਹਿਣ ਪਿਆਸਾਂ ਪੀਰਾ ਤੇਰੇ ਹੀ ਦੀਦਾਰ ਦੀਆਂ, ਕਿਵੇਂ ਭੁਲਾਵਾਂ ਅਸੀਂ ਬਾਬਾ ਜੀ ਦਰਬਾਰ ਤੇ ਬਾਬਾ ਜੀ ਨੇ ਸਾਡੇ ਜਿਹੜੀ ਮਨ ਦੀ ਮੁਰਾਦ ਸੀ ਉਹ ਪੂਰੀ ਕੀਤੀ ਏ। ਪੁੱਤਰ ਦਾ ਵਿਆਹ ਕੀਤਾ ਹੈ, ਥੋੜ੍ਹੀ ਦੇਰ ਬਾਅਦ ਬਾਬਾ ਜੀ ਨੇ ਪੋਤਰਾ ਦੇ ਦਿੱਤਾ। ਬੜੀਆਂ ਖੁਸ਼ੀਆਂ ਨੇ, ਬੜੇ ਚਾਅ ਨੇ। ਪਹਿਲੇ ਵੀ ਅਸੀਂ ਬਾਬਾ ਜੀ ਦੇ ਡੇਰੇ ਬਹੁਤ ਚਿਰ ਤੋਂ ਆਉਂਦੇ ਹੈ ਤੇ ਹੁਣ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਕੜਾਕੇ ਦੀ ਠੰਡ ਭਰੀ ਰਾਤ ਨੂੰ ਸੇਵਾ ਦਾ ਮੋਰਚਾ ਸੰਭਾਲੀ ਬੈਠੇ ਇਹ ਸੇਵਾਦਾਰ। ਇਹ ਮੇਲੇ ਤੋਂ ਪਹਿਲੀ ਰਾਤ ਦਾ ਸਮਾਂ ਹੈ ਅਤੇ ਸਾਰੀਆਂ ਸੜਕਾਂ ਤੇ ਸੇਵਾਦਾਰ ਡਟੇ ਹੋਏ ਹਨ ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਹਾਂਜੀ, ਕਿੱਥੋਂ ਆਏ ਸੇਵਾਦਾਰ ਤੁਸੀਂ? ਚੁੱਗੇ ਵਾਲੇ ਤੋਂ। ਕਿੰਨੇ ਕਿਲੋਮੀਟਰ ਇੱਥੋਂ? 35 36 ਕਿਲੋਮੀਟਰ। ਸੰਗਤੋਂ, ਸੇਵਾਦਾਰੋ, ਤੁਸੀਂ ਦੇਖ ਸਕਦੇ ਹੋ ਰਾਤ ਦਾ ਟਾਈਮ ਹੈ ਤੇ ਛੋਟੇ ਛੋਟੇ ਬੱਚੇ, ਮਾਵਾਂ, ਭੈਣਾਂ, ਮੇਰੇ ਦੋਸਤ ਮਿੱਤਰ ਸਾਰੇ ਪੈਦਲ ਚੱਲ ਕੇ ਆਏ ਆ ਜੀ, ਚੁੱਗੇ ਵਾਲੇ ਪਿੰਡ ਤੋਂ ਜੀ। ਆਪਾਂ ਢੇਰ ਨਾ ਲਾਈਏ ਬਾਲੀ, ਚੱਲ ਚੱਲੀਏ ਮੇਲੇ ਨੂੰ, ਚੱਲ ਚੱਲੀਏ ਮੇਲੇ ਨੂੰ, ਆਪਾਂ ਢੇਰ ਨਾ ਲਾਈਏ ਬਾਲੀ। ਓ ਮੁਰਸ਼ਦ ਦੇ
ਸਾਰੇ ਲੋਕੀ ਆਏ ਬੰਨ ਬੰਨ ਡਾਰਾਂ ਨੇ, ਦੂਰੋਂ ਨੇੜਿਓਂ ਸਾਰੇ ਲੋਕੀ ਆਏ ਬੰਨ ਬੰਨ ਡਾਰਾਂ ਨੇ। ਮੁਰਸ਼ਿਦ ਦੇ ਵਿਹੜੇ ਅੱਜ ਲੱਗੀਆਂ ਬਹਾਰਾਂ ਨੇ, ਕਿ ਮੇਰੇ ਮੁਰਸ਼ਿਦ ਦੇ ਵਿਹੜੇ ਅੱਜ ਲੱਗੀਆਂ ਬਹਾਰਾਂ ਨੇ। ਕੀ ਪੈਦਲ, ਕੀ ਸਕੂਟਰ ਮੋਟਰਸਾਈਕਲ, ਕੀ ਟਰੈਕਟਰ ਟਰਾਲੀਆਂ, ਕੀ ਬੱਸਾਂ ਤੇ ਕਾਰਾਂ, ਜਿਸ ਦੀ ਜਿਵੇਂ ਵਿਉਂਤ ਬਣੀ ਅੱਜ ਦੇ ਇਸ ਖਾਸ ਦਿਨ ਇਹ ਸਾਰੇ ਆਪਣੇ ਮੁਰਸ਼ਿਦ ਨੂੰ ਸਜਦਾ ਕਰਨ ਲਈ ਆ ਰਹੇ ਹਨ। ਚਾਰਾਂ ਪਾਸਿਓਂ ਸੰਗਤਾਂ ਦੀ ਭੀੜ ਉਮੜ ਪਈ ਹੈ ਅਤੇ ਸਭ ਦੀ ਹੀ ਮੰਜ਼ਿਲ ਇੱਕੋ ਹੈ, ਡੇਰਾ ਬਾਬਾ ਭੁੰਮਣ ਸ਼ਾਹ। ਜੀ ਹਾਂ, ਡੇਰਾ ਬਾਬਾ ਭੁੰਮਣ ਸ਼ਾਹ। ਜਿਵੇਂ ਵਗਦੀਆਂ ਨਦੀਆਂ ਦੀ ਮੰਜ਼ਿਲ ਸਾਗਰ ਹੁੰਦੀ ਹੈ, ਇਹਨਾਂ ਸ਼ਰਧਾਲੂਆਂ ਦੀ ਵੀ ਇੱਕੋ ਹੀ ਮੰਜ਼ਿਲ ਹੈ, ਡੇਰਾ ਬਾਬਾ ਭੁੰਮਣ ਸ਼ਾਹ। ਦੋਸਤੋ, ਬਾਬੇ ਜੀ ਦੀ ਸੰਗਤ ਬੜੀ ਗੱਜ ਵੱਜ ਕੇ ਆ ਰਹੀ ਹੈ, ਲੈਣਾ ਹੀ ਨਹੀਂ ਟੁੱਟ ਰਹੀਆਂ। ਬਾਬਾ ਜੀ ਦੀ ਮੌਜ ਹੈ। ਇਹ ਦ੍ਰਿਸ਼ ਬੜਾ ਨਜ਼ਾਰੇ ਵਾਲਾ ਹੈ, ਬੜਾ ਆਨੰਦ ਆ ਰਿਹਾ ਹੈ ਜੀ। ਬੱਚੇ ਬਜ਼ੁਰਗ ਮੋਟਰਸਾਈਕਲਾਂ ਤੇ, ਪੈਦਲ ਯਾਤਰੀ ਸਾਰੇ ਆ ਰਹੇ ਨੇ, ਛੋਟੇ ਛੋਟੇ ਬੱਚੇ ਵੀ ਪੈਦਲ ਟੁਰ ਕੇ ਆ ਰਹੇ ਨੇ ਜੀ। ਆਪਾਂ ਹੈਗੇ 5 ਕਿਲੋਮੀਟਰ ਦੂਰ ਸੰਗਰਸਾਦਾ ਤੋਂ, ਤੇ ਰਾਹ ਵਿੱਚ ਸਾਰੇ ਹੀ ਕਿਤੇ ਵੀ ਲਾਈਨ ਨਹੀਂ ਟੁੱਟੀ, ਕਿਤੇ ਵੀ ਲਾਈਨ ਨਹੀਂ ਟੁੱਟੀ। ਗੱਡੀਆਂ, ਕਾਰਾਂ, ਟਰਾਲੀਆਂ ਗੱਜ ਵੱਜ ਕੇ ਬਹੁਤ 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 ਜ਼ਿਆਦਾ ਸੰਗਤ ਹੈ, ਗਿਣਤੀ ਵਿੱਚ ਨਹੀਂ ਆ ਸਕਦੀ, ਇੰਨੀ ਜ਼ਿਆਦਾ ਸੰਗਤ ਹੈ ਜੀ। ਇਹ ਬਾਬਾ ਜੀ ਦੀ ਮੌਜ ਹੈ। ਬੋਲੀਏ ਬਾਬਾ ਭੁੰਮਣ ਸ਼ਾਹ ਮਹਾਰਾਜ ਕੀ। ਮੇਲੇ ਦੇ ਰਸਤੇ ਵਿੱਚ ਪਿੱਛੇ ਦੂਰ ਦੂਰ ਤੱਕ ਸ਼ਰਧਾਲੂਆਂ ਨੇ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਲਾਈਆਂ ਹੋਈਆਂ ਹਨ, ਜਿਹਦੇ ਵਿੱਚ ਦਾਲ ਫੁਲਕੇ ਤੋਂ ਇਲਾਵਾ ਚਾਹ, ਪਕੌੜੇ, ਜਲੇਬੀਆਂ, ਕਚੋਰੀਆਂ ਅਤੇ ਗੋਲ ਗੱਪੇ ਵਗੈਰਾ ਦਾ ਲੰਗਰ ਵੀ ਵਰਤਾਇਆ ਜਾ ਰਿਹਾ ਹੈ। ਇਹਨਾਂ ਸਭ ਦੀ ਇੱਕੋ ਹੀ ਮਨਸ਼ਾ ਹੈ ਕਿ ਜਿਵੇਂ ਅਸੀਂ ਆਪਣੇ ਘਰ ਆਏ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਕਰਦੇ ਹਾਂ, ਸਾਡੇ ਗੁਰੂ ਦੇ ਘਰ ਆਏ ਮਹਿਮਾਨਾਂ ਦੀ ਸੇਵਾ ਵਿੱਚ ਵੀ ਕੋਈ ਕਸਰ ਨਾ ਰਹਿ ਜਾਏ। ਲੰਗਰ ਵੀ ਬਾਬੇ ਜੀ ਦਾ ਉੱਥੇ ਖੁੱਲਾ ਚੱਲਦਾ ਏ, ਉੱਥੇ ਜਾਤ ਪਾਤ ਦਾ ਭੋਰਾ ਵੀ ਨਾ ਪਤਾ ਵੀ ਚੱਲਦਾ ਏ। ਲੰਗਰ ਵੀ ਬਾਬੇ ਜੀ ਦਾ ਉੱਥੇ ਖੁੱਲਾ ਚੱਲਦਾ ਏ, ਉੱਥੇ ਜਾਤ ਪਾਤ ਦਾ ਭੋਰਾ ਚੰਨਾ ਪਤਾ ਨਾ ਚੱਲਦਾ ਏ। ਜਿਹੜਾ ਆ ਜਾਵੇ ਇੱਕ ਵਾਰੀ ਬਾਬੇ ਦਾ ਮਿਲਦਾ ਪਿਆਰ ਚੰਨਾ, ਸੰਗਰ ਸਾਦੇ ਦਾ ਮੇਲਾ ਚੱਲ ਹੋ ਜਾ ਤਿਆਰ ਚੰਨਾ, ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ ਚੰਨਾ। ਜਦੋਂ ਦੇ ਅਸੀਂ ਸੰਭਲਿਆ ਨਾ, ਉਦੋਂ ਦੇ ਬਾਬਾ ਜੀ ਦੇ ਲੜ ਲੱਗਿਆ, ਸੇਵਾ ਕਰਨ ਲੱਗਿਆ। ਅੱਜ ਤੱਕ ਕਿਸੇ ਗੱਲ ਦੀ ਕਮੀ ਆਈ ਨਹੀਂ। ਮਾਲਕ ਦਿੱਤੀ ਜਾਂਦਾ ਹੈ, ਸੁੱਖ ਸ਼ਾਂਤੀ ਨੇ ਘਰ ਪਰਿਵਾਰ, ਸੇਵਾ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ। ਤੇ ਸੰਗਤ ਜੀ, ਆਪਾਂ ਵੀ ਬੈਠ ਗਏ ਟਰਾਲੀ ਵਿੱਚ। ਹੁਣ ਸੰਗਤਾਂ ਚੜ ਰਹੀਆਂ ਨੇ। ਭਾਜੀ ਤੋਂ ਆਪਾਂ ਲਿਫਟ ਲਈ ਹੈ, ਇਹਨਾਂ ਨੇ ਆਪਾਂ ਨੂੰ ਟਰਾਲੀ 'ਤੇ ਚੜਾਇਆ ਹੈ। ਬਾਬੇ ਦੀ ਮੌਜਾਂ ਲੱਗੀਆਂ ਜੀ, ਮੌਜਾਂ। 2 3 4 ਬਾਬਾ ਤੇਰੀ ਜੈ ਜੈਕਾਰ। ਹਜ਼ਾਰਾਂ ਦੀ ਤਾਦਾਦ ਵਿੱਚ ਆਏ ਵਹੀਕਲਾਂ ਲਈ ਸੇਵਾਦਾਰਾਂ ਦੁਆਰਾ ਪਿੰਡ ਨੂੰ ਲੱਗਦੇ ਚਾਰਾਂ ਰਸਤਿਆਂ ਤੇ ਪਾਰਕਿੰਗ ਦੀ ਬੜੇ ਹੀ ਸੁਚੱਜੇ ਢੰਗ ਨਾਲ ਵਿਵਸਥਾ ਕੀਤੀ ਗਈ ਹੈ, ਜੋ ਕਿ ਬਹੁਤ ਜ਼ਰੂਰੀ ਵੀ ਸੀ। ਸਾਨੂੰ ਸੇਵਾ ਦਾ ਮੌਕਾ ਮਿਲਿਆ। ਸਭ ਸੇਵਾਦਾਰਾਂ ਨੂੰ ਸੇਵਾ ਕਰਨੀ ਚਾਹੀਦੀ ਹੈ, ਆਪਣਾ ਸੇਵਾ ਕਰਕੇ ਆਪਣਾ ਲਾਭ ਉਠਾਉਣਾ ਚਾਹੀਦਾ ਜੀ। ਮੇਲੇ ਵਾਲੇ ਦਿਨ ਪਿੰਡ ਦੀਆਂ ਸਭ ਗਲੀਆਂ ਵੀ ਗੁਲਜ਼ਾਰ ਹੋ ਜਾਂਦੀਆਂ ਹਨ। ਹਰ ਪਾਸੇ ਭਾਰੀ ਭੀੜ ਦਿਖਦੀ ਹੈ ਅਤੇ ਹਰ ਘਰ ਵਿੱਚ ਮੇਲੇ ਦੇ ਬਹਾਨੇ ਆਏ ਹੋਏ
ਮਹਿਮਾਨਾਂ ਦੀ ਖੂਬ ਰੌਣਕ ਹੁੰਦੀ ਹੈ। ਜਿਵੇਂ ਪਾਣੀ ਦੇ ਤੇਜ਼ ਵਹਾਅ ਨੂੰ ਸਹੀ ਦਿਸ਼ਾ ਦੇਣ ਲਈ ਮਜ਼ਬੂਤ ਬੰਨਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਐਸੇ ਲੱਖਾਂ ਦੀ ਤਾਦਾਦ ਦੇ ਭਾਰੀ ਇਕੱਠ ਨੂੰ ਸੰਭਾਲਣ ਲਈ ਵੀ ਵਧੀਆ ਵਿਉਂਤਬੰਦੀ ਤੇ ਵਿਵਸਥਾ ਦੀ ਲੋੜ ਹੁੰਦੀ ਹੈ, ਜਿਸ ਦੀ ਜ਼ਿੰਮੇਵਾਰੀ ਬਾਬਾ ਬ੍ਰਹਮਦਾਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਡੇਰਾ ਕਮੇਟੀ ਦੇ ਹਜ਼ਾਰਾਂ ਸ਼ਰਧਾਲੂ ਸੇਵਾਦਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਚੱਜੇ ਢੰਗ ਨਾਲ ਬਖੂਬੀ ਨਿਭਾਉਂਦੇ ਹਨ। ਉਂਝ ਤਾਂ 13ਵੇਂ ਦੇ ਨਾਮ ਨਾਲ ਮਸ਼ਹੂਰ ਇਸ ਮੇਲੇ ਵਿੱਚ ਹਰ ਜਾਤ ਹਰ ਧਰਮ ਦੇ ਲੋਕ ਆਉਂਦੇ ਹਨ, ਪਰ ਸਭ ਤੋਂ ਜ਼ਿਆਦਾ ਬਾਬਾ ਭੁੰਮਣ ਸ਼ਾਹ ਜੀ ਨੂੰ ਆਪਣਾ ਕੁਲਗੁਰੂ ਮੰਨਣ ਵਾਲੀ ਕੰਬੋਜ ਕੌਮ ਦੇ ਲੋਕ ਆਪਣੀ ਹਾਜ਼ਰੀ ਲਵਾਉਂਦੇ ਹਨ। ਇਸੇ ਕਰਕੇ ਹੀ ਇਸ ਮੇਲੇ ਨੂੰ ਕੰਬੋਜਾਂ ਦਾ ਕੁੰਭ ਵੀ ਕਿਹਾ ਜਾਂਦਾ ਹੈ। ਸੜਕਾਂ ਤੇ ਵੇਖੀ ਲੋਕੀ ਬਨ ਢੋਲੀਆਂ ਆਉਂਦੇ ਨੇ, ਲੱਗਣਗੀਆਂ ਰੌਣਕਾਂ ਉੱਥੇ ਜੈਕਾਰੇ ਵੀ ਲਾਉਂਦੇ ਨੇ। ਸੜਕਾਂ ਤੇ ਵੇਖੀ ਲੋਕੀ ਬਨ ਢੋਲੀਆਂ ਆਉਂਦੇ ਨੇ, ਲੱਗਣਗੀਆਂ ਰੌਣਕਾਂ ਉੱਥੇ ਜੈਕਾਰੇ ਵੀ ਲਾਉਂਦੇ ਨੇ। ਭੁੱਲ ਜਾਈਦਾ ਉੱਥੇ ਜਾ ਕੇ ਸਭ ਕੁਝ ਇੱਕ ਵਾਰ ਚੰਨਾ, ਸੰਗਰ ਸਾਦੇ ਦਾ ਮੇਲਾ ਚੱਲ ਹੋ ਜਾ ਤਿਆਰ ਚੰਨਾ, ਸੰਗਰ ਸਾਦੇ ਦਾ ਮੇਲਾ ਚੱਲ ਹੋ ਜਾ ਤਿਆਰ ਚੰਨਾ। ਜਿਵੇਂ ਵਿਆਹਾਂ ਤੇ ਕੜੋਲੀ ਭਰਨ ਦਾ ਰਿਵਾਜ਼ ਹੈ, ਉਵੇਂ ਹੀ ਇੱਥੇ ਲੋਕ ਧੀਆਂ ਪੁੱਤਾਂ ਦੀਆਂ ਮੰਗੀਆਂ ਮੰਨਤਾਂ ਪੂਰੀਆਂ ਹੋਣ ਤੇ ਕੜੋਲੀ ਲੈ ਕੇ ਆਉਂਦੇ ਹਨ। ਤਾਂ ਆਓ ਅਜਿਹੀ ਇੱਕ ਕੜੋਲੀ ਲੈ ਕੇ ਆਏ ਪਰਿਵਾਰ ਨਾਲ ਰੂਬਰੂ ਹੋਈਏ। ਬਾਬਾ ਜੀ ਨੇ ਮਨੋਕਾਮਨਾ ਪੂਰੀ ਕੀਤੀ ਹੈ, ਇਸ ਕਰਕੇ ਅਸੀਂ ਖੁਸ਼ੀ ਮਨਾ ਰਹੇ, ਖੁਸ਼ੀ ਦੇ ਮਾਰੇ ਢੋਲ ਲੈ ਕੇ ਆਏ ਹਾਂ। ਇਹਦੇ ਮਾਂ ਪਿਓ ਨੂੰ ਵੀ ਅਸੀਂ ਇੱਥੇ ਲੈ ਗਏ, ਪਿਓ ਨੂੰ ਵਿਆਹ ਤੇ ਅਗਰ ਆਪਣੇ ਸਾਨੂੰ ਲਾਲ ਵੀ ਇੱਥੇ ਮਿਲੇ ਨੇ। ਬਾਬਾ ਸਭ ਦੀਆਂ ਝੋਲੀਆਂ ਭਰਦਾ ਹੈ। ਬਾਬਾ ਤੇਰੇ ਗੁਣੇ ਗਾਵਾਂਗੀ, ਜੋੜੀ ਜੇ ਮਿਲਾਵੇਂ ਕਰਨਾ ਜੋਤੀ ਜਗਾਵਾਂਗੀ। ਡੂਗੀ ਡੂਗੀ ਨਦੀ ਪੁੱਲੇਰਾ ਪੁਰਾਣਾ ਨਾ ਤਾਰੂ ਬਾਬਾ ਤਾਰੇ ਵੀ ਨਾ ਜਾਣ। ਬਾਬੇ ਬ੍ਰਹਮਦਾਸ ਨੇ ਆਪਣੀ ਮਾਂ ਨੂੰ ਜੋੜੀ ਭਰ ਦਿੱਤੀ, ਸਾਰਿਆਂ ਦੇ ਵੀ ਭਰੇ, ਸਾਰਿਆਂ ਦੀ ਜੋੜੀ ਭਰੇ, ਸਾਰਿਆਂ ਦੀ। महाराज की जय। बहुत कृपा हुई है हमारे ऊपर, उन्हीं की वजह से आज हमें इतना प्यारा बेबी मिला। ਐਸਾ ਜੀ 5 ਮਾਰਚ ਨੂੰ ਗੁਰੂ ਚੰਦਰ ਸਵਾਮੀ ਮਹਾਰਾਜ ਜੀ ਦਾ ਅਸੀਂ ਜਨਮ ਦਿਨ ਮਨਾਇਆ ਸੀ। ਉਸ ਦਿਨ ਸਾਡੇ ਭੈਣ ਜੀ ਨੇ ਮਹਾਰਾਜ ਜੀ ਅੱਗੇ ਝੋਲੀ ਕੀਤੀ ਸੀ, ਬਾਬੇ ਬ੍ਰਹਮਦਾਸ ਅੱਗੇ, ਵੀ ਬਾਬਾ ਜੀ ਮੈਨੂੰ ਪੁੱਤਰ ਦੀ ਦਾਤ ਦਿਓ, ਪੋਤਰੇ ਦੀ, ਵੀ ਸਾਨੂੰ ਬਹੁਤ ਜ਼ਰੂਰਤ ਸੀ। ਲੇਕਿਨ ਉਹਨਾਂ ਨੇ ਕਿਹਾ ਟੈਨਸ਼ਨ ਨਾ ਲਵੋ, ਤੁਹਾਡੇ ਘਰ ਦੇਵੇਗਾ। ਉਸ ਤੋਂ ਬਾਅਦ ਮਾਲਕ ਦੀ ਕਿਰਪਾ ਹੋ ਗਈ ਔਰ ਸਾਲ ਬਾਅਦ ਪੋਤਾ ਹੋ ਗਿਆ। बाबा भुम्मन शाह जी बड़ी करनी धरनी वाले बाबा ने। अच्छा जी। ये तो बहुत ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਅਸੀਂ ਟੱਪਦੇ ਆਉਂਦੇ ਪਿਓ, ਕੀ ਖੁਸ਼ੀ ਤੁਹਾਡੀ ਪੂਰੀ ਹੋਈ ਹੈ ਜੀ? ਸਾਡੀ ਖੁਸ਼ੀ ਪੂਰੀ ਹੋਈ ਹੈ। ਅਸੀਂ ਬਾਬਾ ਭੁੰਮਣ ਸ਼ਾਹ ਕੋਲ ਮੈਂ ਪੋਤਾ ਮੰਗਾ ਸੀ ਤੇ ਸਾਨੂੰ ਪੋਤੇ ਦੀ ਮੁਰਾਦ ਬਾਬਾ ਭੁੰਮਣ ਸ਼ਾਹ ਜੀ ਨੇ ਦਿੱਤੀ ਹੈ ਤੇ ਅਸੀਂ ਅੱਜ ਨੱਚ ਨੱਚ ਕੇ ਆਏ ਹਾਂ। ਅਸਮਾਨ ਵਿੱਚ ਉੱਡਦੇ ਕੈਮਰੇ ਦੀ ਅੱਖ ਨਾਲ ਵਿਖਾਇਆ ਗਿਆ ਪੂਰੇ ਮੇਲੇ ਦੇ ਖੇਤਰ ਦਾ ਇਹ ਅਦਭੁਤ ਤੇ ਅੱਖਾਂ ਨੂੰ ਲੁਭਾਉਣ ਵਾਲਾ ਦ੍ਰਿਸ਼। ਦਰਬਾਰ ਦੇ ਬਾਹਰਲੇ ਦੋਵਾਂ ਦਰਵਾਜ਼ਿਆਂ ਦੇ ਵਿਚਕਾਰ ਇਹ ਜੋੜਾ ਘਰ ਬਣਾਇਆ ਗਿਆ ਹੈ। ਸੇਵਾ ਵਿੱਚ ਤੈਨਾਤ ਸੇਵਾਦਾਰ ਬੜੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ, ਕਿਉਂਕਿ ਜੋੜਾ ਘਰ ਵਿੱਚ ਸੇਵਾ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਹ ਇਨਸਾਨ ਵਿੱਚ ਨਿਮਾਣਾਪਨ ਅਤੇ ਹਲੀਮੀ ਲਿਆਉਂਦੀ ਹੈ, ਜੋ ਕਿ ਭਗਤੀ ਦੇ ਮਾਰਗ ਤੇ ਚੱਲਣ ਲਈ ਬਹੁਤ ਜ਼ਰੂਰੀ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਮਾਗਮ 'ਚ ਪਹੁੰਚੇ ਹਾਂ। 55 ਤੋਂ 60 ਸੇਵਾਦਾਰ ਸਾਡੇ ਪਿੰਡ ਤੋਂ ਆਉਂਦਾ ਹੈ ਜੀ। ਅਸੀਂ ਵੀ ਇੱਥੇ ਆ ਕੇ ਸੇਵਾ ਕਰ ਰਹੇ ਹਾਂ।
ਬਹੁਤ ਸ਼ਰਧਾ ਭਾਵਨਾ ਦੇ ਨਾਲ ਸਾਡਾ ਸਾਰਾ ਪਿੰਡ ਆ ਕੇ ਸੇਵਾ ਕਰਦੇ ਨੇ ਜੀ। ਮਣਾ ਮੋਹੀ ਚਾਹ, ਸ਼ਰਧਾ ਤੇ ਵਿਸ਼ਵਾਸ ਲੈ ਕੇ ਆਏ ਪੈਰਾਂ ਨੂੰ ਹੁਣ ਕੁਝ ਠਹਿਰਾਵ ਮਿਲਿਆ ਹੈ, ਪਰ ਮੰਜ਼ਲ ਦਾ ਇੰਤਜ਼ਾਰ ਹਾਲੇ ਵੀ ਬਾਕੀ ਹੈ ਅਤੇ ਮੰਜ਼ਲ ਹੈ ਅੱਜ ਦੇ ਇਸ ਪਾਵਨ ਦਿਹਾੜੇ ਤੇ ਗੁਰੂ ਚਰਨਾਂ ਵਿੱਚ ਮੱਥਾ ਟੇਕਣਾ। ਦਿਲ ਵਾਲੀ ਗੱਲ ਉਹ ਪੁੱਛਦਾ, ਆਸਾਂ ਪੂਰੀਆਂ ਕਰਦਾ ਏ, ਤਰ ਜਾਂਦਾ ਭਵ ਸਾਗਰ ਤੋਂ ਜਿਹਦੇ ਸਿਰ ਹੱਥ ਧਰਦਾ ਏ। ਦਿਲ ਵਾਲੀਆਂ ਗੱਲਾਂ ਪੁੱਛੇ, ਆਸਾਂ ਪੂਰੀਆਂ ਕਰਦਾ ਏ, ਤਰ ਜਾਂਦਾ ਭਵ ਸਾਗਰ ਤੋਂ ਜਿਹਦੇ ਸਿਰ ਹੱਥ ਧਰਦਾ ਏ। ਬੜੀ ਸੁੰਦਰ ਤੇ ਉਹਦੀ ਕਿਰਪਾ ਸਿਪਾਹੀ ਤੇ ਗੀਤਕਾਰ ਚੰਨਾ, ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ ਚੰਨਾ। ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ ਚੰਨਾ। ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ ਚੰਨਵੇ। ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ ਮਈਆ। ਸੰਗਰ ਸਾਦੇ ਦਾ ਮੇਲਾ ਚੱਲ ਹੋ ਜਾ ਤਿਆਰ ਚੰਨਾ। ਸੰਗਰ ਸਾਦੇ ਦਾ ਮੇਲਾ ਚੱਲ ਤੂੰ ਹੋ ਜਾ ਤਿਆਰ। ਬਾਬਾ ਭੁੰਮਣ ਸ਼ਾਹ ਜੀ ਨੇ ਮੈਨੂੰ ਪੁੱਤਰ ਬਖਸ਼ਿਆ, ਉਹਦੇ ਮੈਂ ਸ਼ਰੀਫ ਬਣਨ ਆਇਆ। ਤੇਰੀ ਸਦਾ ਹੀ ਜੈ ਹੋ। ਤੇ ਮਹਾਰਾਜ ਤੂੰ ਸਭ ਦੀ ਅਰਦਾਸਾਂ ਪੂਰੀਆਂ ਕਰੀ, ਸਭ ਦੀਆਂ ਝੋਲੀਆਂ ਭਰੀ। ਆਸਾਂ ਤੱਕ ਤੇ ਸੰਗਤਾਂ ਆਉਂਦੀਆਂ ਨੇ, ਸੰਗਤਾਂ ਦੀ ਆਸਾਂ ਪੂਰੀਆਂ ਕਰੀ ਮਹਾਰਾਜ ਤੂੰ ਆਪ ਹੀ ਜਾਣੀ ਜਾਣੀ। ਇਹ ਮੇਰੇ ਸ਼ਹਿਨशाह ਦਾਤਿਆ। ਮੇਰਾ ਵਾਲਿਆ ਸਾਈਆਂ ਸਭ ਦੀਆਂ ਆਸਾਂ 15 ਸਾਲਾਂ ਬਾਅਦ ਬਾਬਾ ਤੇਰੇ ਦਰ ਤੇ ਸ਼੍ਰੀ ਲੈ ਕੇ ਆਏ। ਹੇ ਬਾਬਾ ਭੁੰਮਣ ਸ਼ਾਹ ਤੂੰ ਮੇਰੇ ਸੱਚੇ ਪਾਤਸ਼ਾਹ, ਤੂੰ ਹੀ ਸਭ ਦੀ ਆਸ ਪੂਰੀ ਕਰਨ ਵਾਲੇ ਸੱਚੇ ਪਾਤਸ਼ਾਹ। ਪਿਛਲੇ ਸਾਲ ਆਪਾਂ ਮੰਨਤ ਮੰਗੀ ਸੀ, ਲੜਕੇ ਦੀ ਆਪਣੀ ਪੂਰੀ ਹੋਈ ਆ ਮਨੋਕਾਮਨਾ, ਤੇ ਆਪਾਂ ਅੱਜ ਆਏ ਆ ਬਾਬੇ ਦੇ ਦਰਸ਼ਨ ਕਰਨ ਤੇ ਤੋਕ ਮਾਰਨ ਆਏ ਆ, ਤੇ ਬਹੁਤ ਹੀ ਸਾਨੂੰ ਜ਼ਿਆਦਾ ਖੁਸ਼ੀ ਹੈ। ਅੱਗੇ ਹੋਰ ਵੀ ਬਹੁਤ ਸ਼ਰਧਾਲੂ ਖੜੇ ਹਨ, ਸੋ ਜੋ ਪਹਿਲਾਂ ਆਏਗਾ ਉਹੀ ਪਹਿਲਾਂ ਪਾਏਗਾ। ਇੱਥੇ ਵੀ ਸ਼ਰਧਾਲੂਆਂ ਦੇ ਭਾਰੇ ਇਕੱਠ ਨੂੰ ਸੰਭਾਲਣ ਲਈ ਵਧੀਆ ਵਿਉਂਤਬੰਦੀ ਨਾਲ ਰੱਸੀਆਂ ਲਗਾ ਕੇ ਕਮਾਊਦਾਰ ਲਾਈਨਾਂ ਬਣਾਈਆਂ ਗਈਆਂ ਹਨ। ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੀ ਹੋਈ ਅਤੇ ਬਾਬਾ ਭੁੰਮਣ ਸ਼ਾਹ ਜੀ ਦੀ ਮੁੱਖ ਸਮਾਧੀ ਅੰਦਰ ਵਿਰਾਜਮਾਨ ਥੰਮ ਸਾਹਿਬ ਨੂੰ ਪ੍ਰਣਾਮ ਕਰਦੀ ਹੋਈ ਸੰਗਤ ਇੱਥੇ ਥੰਮ ਸਾਹਿਬ ਦੁਆਲੇ ਰੰਗ ਬਰੰਗੇ ਧਾਗਿਆਂ ਦੇ ਫੁੱਲਾਂ ਵਾਲੀਆਂ ਲੱਖਾਂ ਤੜਾਗੀਆਂ ਬੰਨੀਆਂ ਹੋਈਆਂ ਹਨ, ਜੋ ਕਿ ਇਸ ਪਾਵਨ ਦਰ ਤੋਂ ਮੰਗੀਆਂ ਗਈਆਂ ਬੱਚਿਆਂ ਦੀਆਂ ਮੰਨਤਾਂ ਪੂਰੀਆਂ ਹੋਣ ਤੇ ਸੰਗਤ ਦੁਆਰਾ ਬੰਨੀਆਂ ਜਾਂਦੀਆਂ ਹਨ। ਮੰਨਤ ਦੇ ਆਏ ਹੋਏ ਲੱਡੂ ਵੀ ਸੰਗਤ ਵਿੱਚ ਵੰਡੇ ਜਾ ਰਹੇ ਹਨ। ਬਾਬਾ ਬ੍ਰਹਮਦਾਸ ਮਹਾਰਾਜ ਕੀ ਜੈ। ਬਾਬਾ ਭੁੰਮਣ ਸ਼ਾਹ 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 ਮਹਾਰਾਜ ਕੀ ਜੈ। ਮੈਂ ਰਾਜਕੁਮਾਰ ਡਿੰਗ ਰੋਡ ਨਿਵਾਸੀ, ਮੈਂ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰ ਹੋ ਕੇ ਬਾਬੇ ਭੁੰਮਣ ਸ਼ਾਹ ਦੀ ਇੱਛਾ ਦੇ ਨਾਲ ਇੱਥੇ ਮੈਂ ਸੇਵਾ ਕਰਨਾ ਕਿ ਮੇਰੀ ਸਾਰੀ ਇੱਛਾ ਪੂਰੀ ਹੁੰਦੀਗੀ। ਲੋਕ ਸਾਰੇ ਆਉਂਦੇ ਨੇ ਇੱਥੇ, ਜਿਨ੍ਹਾਂ ਦੇ ਬੱਚੇ ਪੈਦਾ ਹੁੰਦੇ ਨੇ ਉਹ ਆਦੀ ਇੱਛਾ ਇੱਥੇ ਸਾਰਾ ਕੁਝ ਆ ਕੇ ਮੰਨਤ ਮੰਨਦੇ ਨੇ। ਹਰ ਇੱਕ ਇਨਸਾਨ ਜੋ ਵੀ ਕਿਸੇ ਵੀ ਕੌਮ ਦਾ ਹੈਗਾ ਉਹ ਇੱਥੇ ਆਉਂਦਾ, ਸਭ ਦੀ ਇੱਛਾ ਪੂਰੀਆਂ ਹੁੰਦੀਆਂ ਨੇ। ਅਸੀਂ ਹਰ ਸਾਲ ਇੱਥੇ ਆਉਂਦੇ ਹਾਂ, ਬਾਕੀ ਸਾਡੀ ਸੇਵਾ ਵੀ ਲੱਗਦੀ ਹੈ। ਜਦੋਂ ਸਾਨੂੰ ਬਾਬਾ ਜੀ ਬੁਲਾਉਂਦੇ ਅਸੀਂ ਆਉਂਦੇ ਮੌਕੇ 'ਤੇ ਸੇਵਾ ਕਰਨੇ ਗਏ ਦਿਨ ਰਾਤ ਇੱਕ ਕਰਕੇ, ਔਰ ਬੜੇ खुशी नाल लोग इतने आते हैं। मैं फतेहाबाद तो जी। क्या श्रद्धा भाव आप लेकर आए हैं? देखिए श्रद्धा भाव जो है बरसों से है। फतेहाबाद में मेला लगता है, वहाँ भी स्कूल टाइम से लगातार मंडी के अंदर जो लगता है मेला उसमें जाते रहे हैं। कुछ थोड़े टाइम पहले बाबा जी से मिलना हुआ तो पहले भी मिलते रहे हैं, आशीर्वाद लेके गए थे। श्रद्धा भाव के लिए बताने की ज़रूरत नहीं होती, ये अपना आप ही बुलाते हैं। मैं पुन्नू राम, मेरा इस वर्तमान पिंड जिहड़ा है वो कारियां फतेहाबाद च पैंदा है। 2007 तो इत्थे आ रहे हैं, लगातार सेवा कर रहे हैं। लोगों की मनोकामना पूरियां करते हैं। बाबा जी बड़े दयालु। बाबे दे तड़ागी चढ़ाउण आए हैं, साडी सुखना पूरी हुई है। असीं यही चाहुंदे हां मालक सब दी सुखना पूरी करे जी। डेरा बाबा भुंमण शाह सत्संग आए साल बड़ी धूमधाम नाल मनाया जाता है। पोह दी 13 नूं
ਆਏ ਸਾਲ ਬਹੁਤ ਟਰੈਕਟਰ ਟਰਾਲੀਆਂ ਪੈਦਲ ਯਾਤਰਾ ਕਈ ਕਰਕੇ ਆਉਂਦੇ ਨੇ। ਸਾਡੀ ਸੇਵਾ ਇੱਥੇ ਥੰਮ ਸਾਹਿਬ ਦੇ ਅੰਦਰ ਹੀ ਲੱਗੀ ਏ ਤੇ ਸੰਗਤ ਵਿੱਚ ਬਹੁਤ ਉਤਸ਼ਾਹ ਤੇ ਬਹੁਤ ਹੀ ਪ੍ਰੇਮ ਹੁੰਦਾ ਹੈ। ਬੜੇ ਹੀ ਪ੍ਰੇਮ ਨਾਲ ਸੰਗਤ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੋਈ ਮੱਥਾ ਟੇਕਣ ਵਾਸਤੇ ਜਾਂਦੀ ਏ। ਹਰ ਸਾਲ ਆਈਦਾ ਹੈਗਾ, ਵਿੱਚੋਂ ਵੀ ਆਈਦਾ ਮੱਥਾ ਟੇਕਣ ਲਈ ਜਦੋਂ ਟਾਈਮ ਲੱਗਦਾ ਹੈਗਾ, ਤੇ ਹੁਣ ਤਾਂ ਪਹੁੰਚਣਾ ਹੀ ਹੈ। ਜ਼ਿੰਦਗੀ ਜਿਹੜੀ ਆਪਣੀਆਂ ਨਾ ਆਪਾਂ ਫਾਲਤੂ ਦੀਆਂ ਜਿਹੜੀਆਂ ਉਹੀ ਜਾਲ ਵਿਛਾ ਰੱਖੇ ਆ ਵੀ ਕੰਮਕਾਰ ਹੋ ਗਿਆ ਜਾਂ ਘਰੋਂ ਦੂਰ ਰਹਿ ਕੇ ਕੰਮ ਕਰੀਦਾ, ਸ਼ਹਿਰਾਂ 'ਚ ਜਾਈਦਾ, ਵੱਡਿਆਂ 'ਚ ਉਹ ਟੈਨਸ਼ਨਾਂ ਬਹੁਤ ਰਹਿੰਦੀਆਂ ਨੇ, ਤੇ ਇੱਥੇ ਆ ਕੇ ਲੋਕ ਆਪਣਿਆਂ ਨੂੰ ਮਿਲਦੇ, ਆਪਣਾ ਦਾ ਵਕਤ ਮਿਲਦਾ ਹੈਗਾ, ਸਕੂਨ ਮਿਲਦਾ। बोले बाबा बुम्मन शाह जी महाराज की जय। हाँ जी, आज मैं मत्था टेकने यहाँ पर बाबा बुम्मन शाह जी के दरबार में आया हूँ। 2 साल हो गए थे, कोरोना की वजह से मेला नहीं हो पाया था, तो अभी 2 साल बाद हमें मौका मिला है यहाँ पर मत्था टेकने का। तो अभी लाइन में लगे हुए हैं, आधा घंटा हो गया हमें यहाँ पर लाइन में लगे हुए, तो हमें कोई प्रॉब्लम नहीं है, चाहे कितनी देर भी लगे मत्था तो टेकना ही है। ਸੰਗਤਾਂ ਦੂਰੋਂ ਨੇੜੇ ਆਉਂਦੀਆਂ, ਪੰਜਾਬ 'ਚੋਂ ਵੀ ਆਉਂਦੇ, ਰਾਜਸਥਾਨ 'ਚੋਂ ਵੀ ਆਉਂਦੇ ਆ ਜੀ ਸੰਗਤਾਂ। ਇਹਨਾਂ ਪੰਜਾਬ 'ਚੋਂ ਵੀ ਆਉਂਦੀਆਂ, ਰਾਜਸਥਾਨ ਪਿਛਲੀ ਵਾਰ ਕਰੋਨਾ ਕਰਕੇ ਥੋੜ੍ਹਾ ਜਿਹਾ ਭੀੜ ਘੱਟ ਸੀ, ਇਸ ਵਾਰ ਕਰੋਨਾ ਦੇ ਬਾਵਜੂਦ ਵੀ ਅੱਜ ਇੱਕ ਦਿਨ ਪਹਿਲਾਂ ਹੀ ਇੰਨੀ ਜ਼ਿਆਦਾ ਸੰਗਤਾਂ ਆ ਰਹੀਆਂ ਨੇ। ਬਾਬੇ ਨੇ ਬਹੁਤ ਕੁਝ ਕੀਤਾ ਹੈਗਾ ਸਾਨੂੰ। ਇਹ ਪਿੰਡ ਸ਼ਹੀਦਾਂ ਤੋਂ ਆਏ ਜੀ, ਬਹੁਤ ਟਾਈਮ ਤੋਂ ਆ ਰਹੇ ਜੀ, ਸਾਡੇ ਦਾਦੇ ਪੜਦਾਦੇ ਵੀ ਇੱਥੇ ਆਉਂਦੇ ਸੀਗੇ ਜੀ। ਬਹੁਤ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਈਦਾ ਜੀ। ਬਹੁਤ ਸੰਗਤ ਆ ਜੀ, ਦੂਰੋਂ ਆਉਂਦੀ ਹੈ, ਪੰਜਾਬ ਰਾਜਸਥਾਨ ਬਹੁਤ ਦੂਰ ਦੇ ਇਲਾਕੇ ਤੋਂ ਆਉਂਦੇ ਆ, ਤੇ ਬਸ ਅਸੀਂ ਤਾਂ ਵੈਸੇ ਹੀ ਨੇੜੇ ਇਲਾਕੇ ਤੋਂ ਆ, ਅਸੀਂ ਤਾਂ ਫਿਰ ਟਾਈਮ ਨਾਲ ਪਹੁੰਚ ਜਾਈਦਾ। ਬਾਬੇ ਤੇ ਦੁਨੀਆ ਬਹੁਤ ਆਉਂਦੀ ਹੈ, ਮੰਨਤਾਂ ਪੂਰੀਆਂ ਹੁੰਦੀਆਂ ਨੇ। ਅਸੀਂ ਬੜੇ ਸਾਲਾਂ ਤੋਂ ਬਾਬੇ ਦੇ ਡੇਰੇ ਤੇ ਆਏ ਹਾਂ। ਸਾਨੂੰ ਲਗਭਗ 1.5 ਘੰਟਾ ਹੋ ਗਿਆ ਇੱਥੇ ਖੜਿਆਂ ਨੂੰ, ਤੇ ਮਤਲਬ ਸ਼ਰਧਾ ਆ ਇੱਥੋਂ ਦੀ, ਮਾਨਤਾ ਜਿੰਨੀ ਮਤਲਬ ਜਿੰਨਾ ਮੰਗਿਆ ਉਨਾ ਹੀ ਪੂਰਾ ਹੁੰਦਾ ਬਾਬੇ ਦੇ ਦਰ ਤੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬੜੇ ਸੁਭਾਗੀ ਦਿਨ ਅੱਜ ਜੋ ਗੁਰੂ ਘਰ ਸੰਗਤਾਂ ਪਹੁੰਚੀਆਂ, ਕਿ 1 ਸਾਲ ਵਿੱਚੋਂ ਕੋਵਿਡ ਕਰਕੇ ਸੰਗਤਾਂ ਦਰਸ਼ਨ ਨਹੀਂ ਕਰ ਸਕੀਆਂ, ਬਾਕੀ ਫਿਰ ਵੀ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਮੌਸਮ ਵੀ ਬਹੁਤ ਵਧੀਆ ਹੋ ਗਿਆ, ਤੇ ਸੰਗਤਾਂ ਵੀ ਪੂਰੇ ਜੋਸ਼ ਨਾਲ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ। ਅੱਜ ਬਾਬੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਹਾਂ ਤੇ ਪੋਤੀ ਜਿਹੜੇ ਪਿਛਲੇ ਸਾਲ ਜਨਵਰੀ ਜਿਹਦਾ ਜਨਮ ਹੋਇਆ ਸੀ, ਉਹਦੀ ਖੁਸ਼ੀ 'ਚ ਅੱਜ ਬਾਬਾ ਜੀ ਨੂੰ ਪ੍ਰਸ਼ਾਦ ਚੜਾਉਣ ਆਏ ਹਾਂ जी। 1 घंटे तो ऊपर हो गया जी। थके नहीं गए? नहीं जी, बाबा बुम्मन शाह के दरबार ते आके कौन थकदा है जी। ਬਾਬਾ ਜੀ ਦੇ ਦਰਸ਼ਨ ਕਰਨੇ ਨੇ, ਇਹਦੇ ਵਾਸਤੇ ਸਾਰੇ ਦਿਨ ਵਾਸਤੇ ਖੜੇ ਹੋ ਸਕਣੇ ਜੀ। ਨੇਕ ਕਮਾਈ ਕਰਕੇ ਸਭ ਨੂੰ ਖਵਾਈ ਜਾਂਦਾ, ਬਾਬਾ ਬੁੰਮਣ ਸ਼ਾਹ ਪਿਆਰਾ ਡੰਕਾ ਵਜਾਈ ਜਾਂਦਾ। ਸਭ ਕੁਝ ਦਿੱਤਾ ਹੈ, ਜੋ ਸ਼ਰਧਾ ਹੁੰਦੀ ਸਭ ਕੁਝ ਬਾਬਾ ਜੀ ਨੇ ਦਿੱਤਾ ਹੈ, ਜੋ ਹੈ ਜੋ ਮੰਗਿਆ ਮਿਲਿਆ, ਉਸ ਤੋਂ ਬਾਅਦ ਹੀ ਮਿਲਿਆ ਹੈ। ਵਾਹ ਜੀ, ਖੁਸ਼ ਹੋ ਜ਼ਿੰਦਗੀ ਤੋਂ? ਬਹੁਤ ਖੁਸ਼। ਕਿੱਥੋਂ ਆਏ ਹੋ ਸਾਰਾ ਦੱਸੋ? ਅਸੀਂ ਪਿੰਡ ਲਾਲੀ ਤੋਂ ਆਏ ਹਾਂ। ਬਹੁਤ ਵਧੀਆ ਲੱਗ ਰਿਹਾ, ਜਿੱਦਾਂ ਕਿ ਪਿਛਲੀ ਵਾਰ ਨਹੀਂ ਲੱਗਿਆ ਸੀ ਕੋਵਿਡ-19 ਦੇ ਕਰਕੇ ਮੇਲਾ, ਇਸ ਵਾਰ ਬਹੁਤ ਹੀ ਅੱਛਾ ਲੱਗ ਰਿਹਾ, ਬਹੁਤ ਹੀ ਜ਼ਿਆਦਾ ਭੀੜ ਹੈ। ਧੰਨਵਾਦ। ਧੰਨ ਧੰਨ ਬਾਬਾ ਬੁੰਮਨ ਸ਼ਾਹ ਮਹਾਰਾਜ ਕੀ ਜੈ। ਅਸੀਂ ਮੁੱਖ ਵਾਲੇ ਵਾਂ ਪਿੰਡ ਤੋਂ ਆਏ ਹਾਂ ਜੀ। ਕਿੰਨਾ ਚਿਰ ਹੋ ਗਿਆ ਖੜੇ ਨੂੰ ਲੈਣ 'ਚ? ਅੱਧਾ ਘੰਟਾ ਹੋ ਗਿਆ। ਅੱਛਾ। ਮੱਥਾ ਟੇਕਣ ਆਏ? ਹਾਂਜੀ। ਚਲ ਠੀਕ, ਟੇਕ ਕੇ ਹੀ ਜਾਵਾਂਗੇ। ਠੀਕ। ਬਹੁਤ ਵਧੀਆ ਲੱਗਾ ਸਾਨੂੰ, ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ ਨੇ। ਬਾਬਾ ਬੁੰਮਨ ਸ਼ਾਹ ਮਹਾਰਾਜ ਕੀ ਜੈ। ਨਹੀਂ, ਤਰੱਕੀ ਤਾਂ ਬਹੁਤ ਕੀਤੀ ਹੈ ਜੀ। ਅਸੀਂ ਇਮਾਰਤ ਦੀ ਗੱਲ ਕਰੀਏ ਤਾਂ ਇਮਾਰਤ ਤਾਂ ਤੁਹਾਡੇ ਵਾਲੀ ਗੱਲ ਹੈ ਜੀ, ਪਰ ਮੈਂ ਇਮਾਰਤ ਤੋਂ ਜ਼ਿਆਦਾ ਜਿਹੜੀ ਗੱਲ ਦੀ ਇੰਪੋਰਟੈਂਟ ਦਿੰਦਾ ਇਸ ਡੇਰੇ ਵਾਸਤੇ, ਸਾਡਾ ਸਮਾਜ ਅੱਜ ਕੱਲ੍ਹ ਵੰਡਿਆ ਪਿਆ ਧਰਮਾਂ ਵਿੱਚ, ਸੰਪਰਦਾਇਆਂ ਦੇ ਵਿੱਚ। ਇਹ ਉਹ ਡੇਰਾ ਹੈ ਜਿੱਥੇ ਇੱਕ ਪਾਸੇ ਮੰਦਿਰ ਦੀ ਘੰਟੀ ਲੱਗੀ ਹੋਈ ਹੈ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੈ। ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਦੇਣ ਵਾਲਾ ਸਹੀ ਡੇਰਾ ਜਿਹੜਾ ਸੱਚੇ ਤੌਰ ਤੇ ਬਾਬਾ ਬੁੰਮਣ ਸ਼ਾਹ ਦਾ। ਦੂਜੀ ਸਿਫਤ ਜਿਹੜੀ ਗੱਲ ਦੀ ਮੈਂ ਇਸ ਡੇਰੇ ਦੀ ਕਰਦਾ, ਉਹ ਇਸ ਕਰਕੇ ਕਿ 24 ਘੰਟੇ ਲੰਗਰ ਇੱਥੇ ਜਦੋਂ ਤੁਸੀਂ ਮਰਜ਼ੀ ਆਓ, ਤੁਹਾਨੂੰ ਬੜੀ ਨਿਮਰਤਾ ਨਾਲ ਲੰਗਰ ਮਿਲੇਗਾ, ਉਹ ਵੀ ਦੇਸੀ ਘਿਓ ਦਾ। ਤੇ ਮੇਰੇ ਖਿਆਲ ਹਰ ਡੇਰੇ 'ਚ ਨਹੀਂ, ਔਰ ਸ਼ਾਇਦ ਮੇਰੀ ਸ਼ਰਧਾ ਇਸ ਕਰਕੇ ਹੀ ਇੱਥੇ ਜ਼ਿਆਦਾ ਹੈ। ਠੀਕ ਹੈ, ਬਜ਼ੁਰਗ ਆਉਂਦੇ ਰਹੇ ਹੈ, ਸਾਡਾ ਇੱਕ ਪੁਸ਼ਤੈਨੀ ਡੇਰਾ, ਗੱਲ ਅਲੱਗ ਚੀਜ਼ ਹੈ। ਲੇਕਿਨ ਇਹ ਚੀਜ਼ਾਂ ਜਦੋਂ ਅਸੀਂ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਡੇਰਾ ਪੂਰਾ ਸਹੀ ਸਾਬਤ ਹੈ। ਇੱਥੇ ਆ ਕੇ ਐਂ ਲੱਗਦਾ ਮੈਂ ਰੱਬ ਦੇ ਘਰ ਆ ਗਿਆ, ਤੇ ਬਾਬਾ ਬਰਮਦਾਸ ਜੀ ਜਾਂ ਡੇਰੇ ਦੀ ਸੰਗਤ ਸੇਵਾਦਾਰਾਂ ਦੀ ਸੇਵਾ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ, ਤੇ ਐਂ ਲੱਗਦਾ ਮੈਂ ਆਪਣੇ ਘਰ ਵਿੱਚ ਬੈਠਾ, ਤੇ ਆਪਣਾਪਨ ਮਹਿਸੂਸ ਹੁੰਦਾ ਹੈ। ਸਾਰੇ ਨਗਰ ਖੇੜੇ ਤੇ ਮਿਹਰ ਰੱਖਣਾ, ਅੰਗ ਸੰਗ ਸਹਾਈ ਰਹਿਣਾ ਜੀ, ਕਿਰਪਾ ਬਣਾਏ ਰੱਖਣਾ ਸਭ ਤੇ। ਅਸੀਂ ਫਤਿਆਬਾਦ ਪਿੰਡ ਐਲੀ ਸਦਰ ਤੋਂ ਆਏ ਹਾਂ, ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਮਿਲੀ ਹੈ ਜੀ। ਅਸੀਂ ਚਾਹੁੰਦੇ ਹਾਂ ਜਿਹੜੀ ਸੰਗਤ ਆਉਂਦੀ ਹੈ ਸ਼ਰਧਾ ਨਾਲ, ਮਨ ਨਾਲ ਇੱਥੇ ਖੁਸ਼ੀਆਂ ਲੈ ਕੇ ਜਾਵੇ ਜੀ। ਪਿੰਡ ਝੁੱਗੇ ਵਾਲੀ, ਹਾਂਜੀ, ਦਰਬਾਰ ਤੇ ਆਏ ਬਾਬਾ ਬੁੰਮਣ ਸ਼ਾਹ ਦੇ।
ਮੱਥਾ ਟੇਕਣ ਵਾਸਤੇ। ਪੂਰਾ ਪਰਿਵਾਰ ਆਂਦਾ ਹੈ, ਸੁੱਖ ਸ਼ਾਂਤੀ ਮਿਲਦੀ ਹੈ। ਪਿਆਰਾ ਅਤੇ ਮਾਸੂਮ ਜਿਹਾ ਬੱਚਾ ਕਿੰਨਾ ਵਡਭਾਗੀ ਹੋਏਗਾ ਜਿਸ ਨੂੰ ਇੰਨੀ ਨਿਆਣੀ ਉਮਰੇ ਹੀ ਇਸ ਦਰਬਾਰ ਦੀ ਪਾਵਨ ਧੂੜ ਦੀ ਸ਼ੋਅ ਪ੍ਰਾਪਤ ਹੋਈ ਹੈ। ਅੱਜ ਦੇ ਇਸ ਦੌਰ ਦੇ ਵਿੱਚ ਪਰਿਆਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਜਿਸ ਦੇ ਵਾਸਤੇ ਸਮਾਜਿਕ ਸੰਸਥਾਵਾਂ ਪ੍ਰਯਾਸ ਕਰ ਰਹੀਆਂ ਹਨ, ਜਿਸ ਦੇ ਵਾਸਤੇ ਸਮੇਂ ਦੀ ਸਰਕਾਰ ਵੀ ਪ੍ਰਯਾਸ ਕਰ ਰਹੀ ਹੈ ਕਿ ਪਰਿਆਵਰਣ ਨੂੰ ਬਚਾਓ, ਪਰਿਆਵਰਣ ਨੂੰ ਦੂਸ਼ਿਤ ਨਾ ਕਰੋ। ਅੱਜ ਦੇ ਇਸ ਦੌਰ ਦੇ ਵਿੱਚ ਦੇਖਣ ਨੂੰ ਐਸਾ ਮਿਲਦਾ ਹੈ ਕਿ ਅਸੀਂ ਲੋਕ ਆਪਣੇ ਖੇਤਾਂ ਦੇ ਵਿੱਚ, ਨਗਰਾਂ ਦੇ ਵਿੱਚ ਅਸੀਂ ਵਰਖਾਂ ਨੂੰ ਪੁੱਟੀ ਜਾਂਦੇ ਹਾਂ, ਪਰੰਤੂ ਲਗਾਉਣ ਦੀ ਤਰਫ ਕੋਈ ਧਿਆਨ ਨਹੀਂ ਕਰਦੇ, ਜਿਸ ਕਾਰਨ ਕਿ ਪਰਿਆਵਰਣ ਦੂਸ਼ਿਤ ਹੋ ਗਿਆ ਹੈ। ਬਿਮਾਰੀਆਂ ਵੱਧ ਗਈਆਂ ਨੇ, ਤਰ੍ਹਾਂ ਤਰ੍ਹਾਂ ਦੀ ਬਿਮਾਰੀਆਂ ਹੋ ਗਈਆਂ ਨੇ, ਅਣਗਿਣਤ ਬਿਮਾਰੀਆਂ ਹੋ ਗਈਆਂ ਨੇ। ਤਾਪਮਾਨ ਇਤਨਾ ਵੱਧ ਗਿਆ ਹੈ, ਵਰਸ਼ਾ ਬਹੁਤ ਕਮ ਹੋ ਰਹੀ ਹੈ, ਫਸਲਾਂ ਬਹੁਤ ਕਮ ਹੋ ਰਹੀਆਂ ਹਨ। ਸਿਰਫ ਕਾਰਨ ਤਾਂ ਇਹ ਹੈ ਕਿ ਅਸੀਂ ਲੋਕ ਪਰਿਆਵਰਣ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਇਹ ਹੈ ਹਰ ਤਰ੍ਹਾਂ ਦੇ ਉਪਯੋਗੀ ਪੌਦਿਆਂ ਨਾਲ ਭਰਪੂਰ ਬਾਬਾ ਭੁੰਮਣ ਸ਼ਾਹ ਗ੍ਰੀਨ ਨਰਸਰੀ, ਜਿੱਥੋਂ ਹਰ ਸਾਲ ਡੇਰੇ ਦੀ ਵਾਤਾਵਰਣ ਰੱਖਿਆ ਦੀ ਮੁਹਿੰਮ ਲਈ ਲੱਖਾਂ ਪੇੜ ਪੌਦੇ ਮੁਫਤ ਵੰਡ ਕੇ ਬਾਬਾ ਬ੍ਰਹਮਦਾਸ ਜੀ ਵੱਲੋਂ ਸੰਗਤਾਂ ਨੂੰ ਵਾਤਾਵਰਣ ਦੀ ਰੱਖਿਆ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਸ਼ਾਨਦਾਰ ਚੌਪੜੀ ਦੀ ਛੱਤ ਨਾਲ ਟੰਗੇ ਦਿਖ ਰਹੇ ਇਹ ਬਨਾਵਟੀ ਆਲ੍ਹਣੇ ਹਨ, ਜਿਨ੍ਹਾਂ ਨੂੰ ਲੋਕ ਬੜੇ ਸ਼ੌਂਕ ਨਾਲ ਘਰਾਂ ਵਿੱਚ ਪੰਛੀਆਂ ਦਾ ਬਸੇਰਾ ਬਣਾਉਣ ਲਈ ਲੈ ਕੇ ਜਾਂਦੇ ਹਨ। ਗੁਰੂ ਮਹਾਰਾਜ ਬਾਬਾ ਭੁੰਮਣ ਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਗਊਸ਼ਾਲਾ ਪਹਿਲੇ ਵੀ ਸੀ ਅਤੇ ਅੱਜ ਵੀ ਹੈ, ਤੇ ਅੱਗੇ ਆਉਣ ਵਾਲੇ ਦੌਰ ਦੇ ਵਿੱਚ ਵੀ ਗੁਰੂ ਮਹਾਰਾਜ ਬਾਬਾ ਭੁੰਮਣ ਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਗਊਸ਼ਾਲਾ ਦੀ ਸੇਵਾ ਚਲਦੀ ਰਹੇਗੀ। ਡੇਰਾ ਬਾਬਾ ਭੁੰਮਣ ਸ਼ਾਹ ਜੀ ਵੱਲੋਂ ਹੋਰਨਾਂ ਸਮਾਜਿਕ ਕੰਮਾਂ ਦੀ ਤਰ੍ਹਾਂ ਹੀ ਗਊ ਸੇਵਾ ਨੂੰ ਵੀ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਇਸੇ ਕਰਕੇ ਜੀਵਨ ਭਰ ਗਊ ਸੇਵਾ ਨੂੰ ਸਮਰਪਿਤ ਰਹੇ ਬਾਬਾ ਹੀਰਾਨੰਦ ਜੀ ਦੇ ਨਾਮ ਤੇ ਇੱਥੇ ਇੱਕ ਵੱਡੀ ਗਊਸ਼ਾਲਾ ਦਾ ਵੀ ਨਿਰਮਾਣ ਕੀਤਾ ਹੋਇਆ ਹੈ, ਜਿੱਥੇ ਲਾਚਾਰ ਬੇਸਹਾਰਾ ਗਾਵਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੂਜਨਿਕ ਬਾਬਾ ਬ੍ਰਹਮਦਾਸ ਜੀ ਅਕਸਰ ਹੀ ਆਸ-ਪਾਸ ਦੇ ਖੇਤਰ ਦੀਆਂ ਹੋਰਨਾਂ ਗਊਸ਼ਾਲਾਵਾਂ ਦੇ ਸਮਾਗਮਾਂ ਵਿੱਚ ਵੀ ਮੁੱਖ ਮਹਿਮਾਨ ਵਜੋਂ ਲੋਕਾਂ ਨੂੰ ਗਊ ਸੇਵਾ ਦਾ ਸੁਨੇਹਾ ਦਿੰਦੇ ਰਹਿੰਦੇ ਹਨ। ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹਨਾਂ ਨੂੰ ਸਾਂਭ ਕੇ ਰੱਖਣ ਲਈ ਐਸੀਆਂ ਯਾਦਗਾਰਾਂ ਦੀ ਲੋੜ ਹੁੰਦੀ ਹੈ। ਦਰਬਾਰ ਦੇ ਨਾਲ ਲੱਗਦੇ ਸ਼ਾਨਦਾਰ ਪਾਰਕ ਵਿੱਚ ਮਹਾਨ ਸ਼ਹੀਦ ਊਧਮ ਸਿੰਘ ਕੰਬੋਜ ਜੀ ਦੀ ਆਦਮਕਦ ਪ੍ਰਤਿਮਾ ਲਗਾਈ ਗਈ ਹੈ। ਪੂਜਨਿਕ ਬਾਬਾ ਬ੍ਰਹਮਦਾਸ ਜੀ ਸ਼ਹੀਦ ਊਧਮ ਸਿੰਘ ਜੀ ਨੂੰ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ਼ਹੀਦ ਊਧਮ
भारत माता की जय। शहीद उधम सिंह अमर रहे, शहीद उधम सिंह अमर रहे, शहीद आजम 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 उधम सिंह अमर रहे। रक्तदान महादान है, बहुत ਵੱਡਾ ਦਾਨ ਹੈ, ਕਿਉਂਕਿ ਇਹ ਅੱਜ ਦੇ ਦੌਰ ਦੇ ਵਿੱਚ ਭੀੜ ਭੜਾਕਾ ਇਤਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਕਿ ਖੂਨ ਦੀ ਬਹੁਤ ਜ਼ਰੂਰਤ ਪੈਂਦੀ ਹੈ ਦੂਸਰੇ ਜੋ ਮਰੀਜ਼ ਹੁੰਦਾ ਹੈ ਉਸ ਨੂੰ ਬਚਾਉਣ ਦੇ ਵਾਸਤੇ। ਪਤਾ ਨਹੀਂ ਕਦੋਂ ਕਿਸ ਸਮੇਂ ਕਿਸ ਵਕਤ ਖੂਨ ਦੀ ਜ਼ਰੂਰਤ ਹੋ ਜਾਵੇ, ਇਸ ਵਾਸਤੇ ਅਸੀਂ ਲੋਕ ਆਪਣਾ ਖੂਨ ਕਿਸੇ ਨੂੰ ਦੇ ਕੇ ਕਿਸੇ ਦੀ ਜਾਨ ਬਚਾਉਂਦੇ ਹਾਂ ਤੇ ਇਹ ਵੀ ਬਹੁਤ ਵੱਡਾ ਪੁੰਨ ਹੈ। बोल बाबा पुमन शाह महाराज की जय। मैं डॉक्टर संजीव कंबोज उद्यम एनजीओ का प्रेजिडेंट जो संगर साधा विखे पिछले 2 दिन तो जो असी खूनदान कैंप विच और इस तो बाद जो एमरजेंसी डोनर ਨੂੰ रजिस्ट्रेशन ਕਰਨ ਵਿੱਚ जो सेवा सानू मिली हुई है वो सिर्फ डेरा संगर साधा ही नहीं, जिथे भी बाबा जी के सत्संग होंगे ने पिछले 10 सालों तो सो साडी टीम वध चढ़ के लोगों को खूनदान लई प्रेरित करन लई ਜਾਂ होर भी समाज सेवा के काम करन लई बाबा जी के आशीर्वाद सदका उद्यम कर रही है। हर साल की तरह मेले के दौरान लगे खूनदान कैंप का श्री गणेश बाबा ब्रह्मदास जी ने अपने घर कमलों नाल रिबन कट के किया। ਇਹੋ ਜਿਹੇ कैंप अक्सर ही डेरे अंदर लगाए जाते हैं जिन्हां द्वारा हर साल हज़ारां यूनिट खून लोड़वंदां लई भेजिया जाता है। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪਿੰਡ ਮਾਨੇ ਵਾਲੇ ਤੋਂ ਤਹਿਸੀਲ ਸੁਰਤਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਆਇਆ ਜੀ। ਇੱਥੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਲੱਡ ਡੋਨੇਟ ਕਰਨ ਲਈ। ਡੇਰਾ ਭੁੰਮਣ ਸ਼ਾਹ ਜੀ ਤੇ ਆਇਆ। ਬਾਬਾ ਜੀ ਦੇ ਪਾਵਨ ਦਰਬਾਰ ਵਿੱਚ ਬਲੱਡ ਡੋਨੇਟ ਕਰਨ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਹਰ ਸਾਲ ਹੀ ਇੱਥੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਬਲੱਡ ਡੋਨੇਟ ਕੈਂਪ ਲੱਗਦਾ ਹੈ ਜੀ। ਆਪਣੇ ਰਾਜਸਥਾਨ ਸ਼੍ਰੀ ਕਰਨਪੁਰ ਤੋਂ ਆਏ ਹਾਂ ਇੱਥੇ ਬਾਬਾ ਜੀ ਦੇ ਡੇਰੇ ਤੇ। ਅਸੀਂ ਕਾਫੀ ਸਾਲਾਂ ਤੋਂ ਇੱਥੇ ਆ ਰਹੇ ਹਾਂ, ਸੇਵਾ ਕਰ ਰਹੇ ਹਾਂ ਜੀ। ਬਾਬਾ ਜੀ ਦੇ ਰਕਤਦਾਨ ਸ਼ਿਵਰ ਚੱਲ ਰਹੇ ਨੇ ਅੱਜ। ਖੂਨਦਾਨੀਆਂ ਦੇ ਲਈ ਦੁੱਧ ਅਤੇ ਫਲਾਂ ਵਗੈਰਾ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਅਤੇ ਇੱਥੇ ਮੌਜੂਦ ਸੇਵਾਦਾਰ ਉਹਨਾਂ ਦੀ ਸੇਵਾ ਵਿੱਚ ਪੂਰੇ ਸੇਵਾ ਭਾਵ ਨਾਲ ਲੱਗੇ ਹੋਏ ਹਨ। ਅਸੀਂ ਆਪਣੇ ਬੱਚਿਆਂ ਨੂੰ ਜਿਸ ਤਰਫ ਲਗਾਵਾਂਗੇ ਉਹ ਜ਼ਰੂਰ ਲੱਗਣਗੇ, ਕਿਉਂਕਿ ਮਾਂ-ਬਾਪ ਦਾ ਫਰਜ਼ ਜੋ ਸਭ ਤੋਂ ਵੱਡਾ ਤੇ ਪਹਿਲਾ ਫਰਜ਼ ਹੈ ਬੱਚਿਆਂ ਨੂੰ ਅੱਛੇ ਪਾਸੇ ਲਗਾਉਣਾ। ਕਿਉਂਕਿ ਅੱਜ ਦੇ ਦੌਰ ਦੇ ਵਿੱਚ ਨਸ਼ਾ ਇਤਨਾ ਫੈਲ ਗਿਆ ਹੈ, ਨੌਜਵਾਨ ਕੁਛ ਲੋਕ ਐਸੇ ਨਸ਼ੇ ਦੇ ਆਦੀ ਹੋ ਗਏ ਨੇ ਕਿ ਮੈਂ ਬਹੁਤ ਸਾਰੇ ਐਸੇ ਵੀ ਦੇਖੇ ਹਨ ਕਿ ਉਹ ਵਿਚਾਰੇ ਉਹਨਾਂ ਦੀ ਮੌਤ ਹੋ ਗਈ ਹੈ, ਜੋ ਕਿ ਨਸ਼ਾ ਆਦਤ ਪੈ ਗਈ ਤੇ ਨਸ਼ਾ ਛੱਡ ਨਹੀਂ ਸਕੇ। ਅਗਰ ਛੱਡਦੇ ਨੇ ਤਾਂ ਫਿਰ ਉਹ ਮਰਦੇ ਨੇ, ਜੇ ਫਿਰ ਕਰਦੇ ਨੇ ਜ਼ਿਆਦਾ ਤਾਂ ਫਿਰ ਮਰਦੇ ਨੇ। ਇਸ ਵਾਸਤੇ ਨਸ਼ਾ ਬਹੁਤ ਗੰਦੀ ਅਤੇ ਮਾੜੀ ਬਿਮਾਰੀ ਹੈ ਜੋ ਸਾਡਾ ਜੀਵਨ ਬਰਬਾਦ ਕਰਦੀ ਹੈ, ਜੋ ਸਾਡਾ ਘਰਾਂ ਦੇ ਵਿੱਚ ਲੜਾਈਆਂ ਪਾ ਦਿੰਦੀ ਹੈ, ਝਗੜੇ ਪਾ ਦਿੰਦੀ ਹੈ ਤੇ ਪੈਸੇ ਦੀ ਬਰਬਾਦੀ ਨਸ਼ੇ ਦੇ ਕਾਰਨ ਹੁੰਦੀ ਹੈ। ਨਸ਼ੇ ਦੇ ਵਿੱਚ ਪਏ ਹੋਏ ਲੋਕ ਐਸੇ ਦੇਖੇ ਹਨ ਜੋ ਚੋਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਲੇ ਦੇ ਦੌਰਾਨ ਕਈ ਥਾਂ ਤੇ ਫ੍ਰੀ ਮੈਡੀਕਲ ਕੈਂਪ ਦੀ ਵਿਵਸਥਾ ਵੀ ਕੀਤੀ ਗਈ ਹੈ। ਪੁਰਾਣਾ ਯਾਤਰੀ ਨਿਵਾਸ ਸਮੇਂ ਦੇ ਨਾਲ ਭਾਵੇਂ ਇਮਾਰਤ ਕੁਝ ਪੁਰਾਣੀ ਹੋ ਗਈ ਹੈ, ਪਰ ਇਸ ਦੇ ਅੰਦਰ ਬੜੇ ਸ਼ਾਨਦਾਰ ਪਾਰਕ ਅਤੇ ਇਸ ਦੇ ਦੁਆਲੇ ਲੱਗੇ ਪੌਦਿਆਂ ਦੇ ਸੋਹਣੇ ਸੋਹਣੇ ਫੁੱਲ ਬਿਲਕੁਲ ਤਰੋਤਾਜ਼ਾ ਅਤੇ ਅੱਖਾਂ ਨੂੰ ਸਕੂਨ ਦੇਣ ਵਾਲੇ ਹਨ।
ਸੁੰਦਰ ਲੜੀਆਂ ਨਾਲ ਸਜਿਆ ਇਹ 3 ਮੰਜ਼ਲਾ ਨਵਾਂ ਵਿਸ਼ਾਲ ਯਾਤਰੀ ਨਿਵਾਸ ਹੈ, ਜੋ ਕਿ ਪੂਜਨੀਕ ਗੁਰੂ ਮਹਾਰਾਜ ਜੀ ਦੇ ਨਿਵਾਸ ਸਥਾਨ ਸੰਤ ਨਿਵਾਸ ਦੇ ਨਾਲ ਲਗਵਾ ਹੀ ਹੈ। मैं हरबंस लाल इंस्पैक्टर 58 ਸਾਲ ਦੀ ਉਮਰ ਤੱਕ ਪੁਲਿਸ 'ਚ ਸੇਵਾ ਕਰਕੇ ਆਇਆ। ਉਸ ਤੋਂ ਬਾਅਦ ਹੁਣ ਗੁਰੂ ਮਹਾਰਾਜ ਜੀ ਦੇ ਡੇਰੇ ਵਿੱਚ ਸੇਵਾ ਕਰਨ ਵਾਸਤੇ ਆਉਂਦੇ ਹਾਂ। ਸਾਰਾ ਪਰਿਵਾਰ ਹਰ ਸਾਲ ਹਰ ਮੇਲੇ ਵਿੱਚ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ ਤੇ ਸੇਵਾ ਕਰਦੇ ਹਾਂ। ਹਾਂਜੀ ਸਰ। मैं सुरेंद्र कंबोज इंस्पेक्टर हरियाणा पुलिस। मैं शुरू से ही इसी डेरे से जुड़ा हूँ। जो मेरे पहले माता पिता के मैं साथ आया करता था, तो उन्हीं के साथ मेरी भी लगन आगे बढ़ती गई। तो बाबा जी के आशीर्वाद से ही मैं पुलिस डिपार्टमेंट में जो आया हूँ, बाबा जी के आशीर्वाद से ही इस मुकाम पे पहुँचा हूँ। तो उसके बाद मेरे को जो पुत्र रत्न प्राप्ति हुई है, तो बाबा जी का ये आशीर्वाद है। तो उसके बाद लगातार मैं और मेरे बच्चे इस डेरा से जुड़े हुए हैं। बाबा भुम्मन शाह महाराज की बड़ी असीम कृपा है। उन्होंने की कृपा नाल इंस्पैक्टर सब इंस्पैक्टर पद पर भर्ती हुए सी और आज इंस्पैक्टर पद पर हैं। सारी बाबा भुम्मन शाह महाराज की कृपा है। जो बाबा भुम्मन शाह महाराज का पावन दरबार है, ये सब तो बड़ा दरबार है दुनिया से, इस तो बड़ा दरबार नहीं गा। बाबा भुम्मन शाह का मेला हर 13 पौह नूं डेरा बाबा भुम्मन शाह विच मनाया जाता है। बहुत अपार कृपा है परमात्मा की बाबा भुम्मन शाह महाराज की, क्योंकि इतने श्रद्धालु लखां की तादाद च आउंदे हैं। आपो आपो दी श्रद्धा लैके आउंदे हैं और चौड़ियाँ भर के ले जाते हैं, क्योंकि जो इत्थे मत्था निभाउंदा है उन्हां वास्ते बाबा भुम्मन शाह महाराज का दरबार हमेशा खुला है और वह उन्हां दी चौड़ियाँ सदा ही भर के भेजते हैं। लोकां तो कई वार सुनी तेरी महिमा अपरंपार सुनी, लोकां तो कई वार सुनी तेरी महिमा अपरंपार सुनी। कई लोकां तो कई वार सुनी तेरी महिमा बाबा भुम्मन शाह जी महाराज उदासी समाज के बहुत ही वड्डे, बहुत ही नेक, बहुत ही पहुँचे हुए संत हुए ने। उन्होंने अपनी सारी जिंदगी अपनी मानवता की सेवा लिए ही ला दी है और असी उन्होंने इसे प्रथा को अगे बढ़ाते हुए इत्थे अपने बिस्तर की सेवा करते हैं और असी आन नौजवान पीढ़ी को सब एक संदेश देना चाहते हैं कि तुसी वध तो वध अपनी जिंदगी विचों कुछ ना कुछ टाइम कढ़ के सेवा जरूर करया करो। बिकॉज सेवा जिहड़ी है वो बड़ी किस्मत वालियां नूं ही मिलती है और अपनी ये जिहड़ी तुसीं सेवा इत्थे करोगे गुरुद्वारे मंदिर या जो भी किते जाके या डेरे जाके, वो तुहाडी अगे तक परवान चढ़ेगी। इस करके मेरी सब नूं हथ जोड़ के बेनती है कि सेवा करो और अपने ज़िंदगी नूं सफल करो। ये राजस्थान पैदल यात्रा 61 F श्री करणपुर तो आया जी और सन 1988-89 तो पैदल यात्रा असी स्टार्ट की सी जी। उदों स्टार्टिंग दे विच थैला चक के ही असी आए सी पैदल यात्रा जी और धीरे धीरे जिवें जिवें गुरु महाराज की कृपा हुंदी गई उदों सारां दियां साडियां आर्थिक स्थितियां जो सी बहुत कमज़ोर सी, पर गुरु महाराज की कृपा दे नाल सारां नूं रोज़गार दिता, वधिया अपना स्टैंड होए जी। परिवार भी सारां दे हौली हौली जिवें जिवें बाबा भुम्मन शाह की कृपा हुंदी गई उवें यात्रा अज तक 2021 जो पूरा हो चुका है वो यात्रा असीं पूर्ण कर दी है। एक पासे श्री गुरु ग्रंथ साहिब जी दे अखंड पाठ का भोग पै रहा है ਅਤੇ ਦੂਜੇ ਪਾਸੇ ਬਾਬਾ ਭੁੰਮਣ ਸ਼ਾਹ ਜੀ ਦੀ ਪਾਵਨ ਆਰਤੀ ਹੋ ਰਹੀ ਹੈ, ਜੋ ਕਿ ਧਾਰਮਿਕ ਨਿਰਪੱਖਤਾ ਅਤੇ ਸਮਾਨਤਾ ਦਾ ਬਹੁਤ ਪਿਆਰਾ ਦ੍ਰਿਸ਼ ਹੈ। ਸੰਗਤ ਦੇ ਜੋਸ਼ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਾਰੀ ਰਾਤ ਹੀ ਲੋਕੀ ਟੋਲੀਆਂ ਬਣ ਕੇ ਆ ਰਹੇ ਹਨ। ਇੱਧਰ ਸੇਵਾਦਾਰ ਵੀ ਅਣਥੱਕ ਮਿਹਨਤ ਕਰਦੇ ਹੋਏ ਇਹਨਾਂ ਸ਼ਰਧਾਲੂਆਂ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਘਰ ਹੋਵੇ ਜਾਂ ਗੁਰੂ ਦਾ ਦਰ ਹੋਵੇ ਤੇ ਉੱਥੇ ਗਿੱਧਾ ਨਾ ਪਏ, ਭਲਾ ਇਹ ਕਿਵੇਂ ਹੋ ਸਕਦਾ ਹੈ? ਨਾਲੇ ਉਡੀਕਦਿਆਂ 1 ਸਾਲ ਬਾਅਦ ਆਉਣ ਵਾਲੇ ਬਾਬਾ ਜੀ ਦੇ ਇਸ 13ਵੇਂ ਤੋਂ ਵੱਧ ਹੋਰ ਖੁਸ਼ੀ ਵੀ ਕਿਹੜੀ ਹੋ ਸਕਦੀ ਹੈ।
ਜਪਦਾ ਗੁਰੂ ਪਿਆਰੇ ਨੂੰ, ਮਨ ਮੂਰਖ ਅੜੀਆਂ ਕਰਦਾ ਨਹੀਂ ਜਪਦਾ ਗੁਰੂ ਪਿਆਰੇ ਨੂੰ। बोलिए बाबा बुम्मन शाह महाराज की जय। फुल्लां ते आई है बहार जी वधाई होवे, फुल्लां ते आई है बहार जी वधाई होवे, फुल्लां ते आई है बहार जी वधाई होवे। पहली वधाई बाबे श्री चंद नू होवे, पहली वधाई बाबे श्री चंद नू होवे, जिन्हां ने ले आए अवतार जी वधाई होवे, फुल्लां ते आई है बहार जी वधाई होवे। दहेज मंगण वालियां नू दहेज नहीं मंगना चाहिए, क्योंकि जो माँ बाप अपनी बेटी नू बचपन तो लैके जन्म देंदे हैं, पढ़ाते लिखाते संस्कार देंदे हैं, 18-20 साल दी 21 दी हो जाती है 25 साल दी, तो माँ बाप उसनू डोली दे विच बिठा के एक उसके पति दे नाल उसनू विदा कर देंदे हैं। मैं समझना हाँ, अगर एक माँ बाप ने एक अपनी जान का टुकड़ा एक उसके पति दे नाल तोड़ दिता, दूसरे घर दे विच उसका वासा कर दिता, तो इस तो वड्डा होर कोई दहेज हो ही नहीं सकता। अज दे समाज दे विच ऐसी बुराई फैल गई है, ऐसी सोच बन गई है कि जदों कोई बेटी विआह के जाती है तो समाज दे विच लोग उरां परां वाले रिश्तेदार पुछते हैं कि तुहाडी नूंह जो है ये की लैके आई है। कोई कहता कार लैके आई है, इतना दहेज लैके आई है, इतना सोना लैके आई है। परंतु अज दे इस दौर दे विच ये कोई नहीं पुछदा कि पिछे की छड्ड के आई है। अपना बचपन दे विच पलिया परिवार, माँ भाई बहन घर, उस बारे कोई किसी की सोच नहीं कि ये छड्ड के की आई है, बस यही पुछते हैं कि लैके की आई है दहेज दे। तो गुरमुख प्यारो, इस सोच नूं बदलो, इस सोच नूं बदलो। इस दे नाल गुजारा नहीं होना। गुजारा होना है असी अपनी हक हलाल दी नादा दी कमाई करांगे, उस दे विच ही बरकत होवेगी। तो ये ना सोचा करो कि सानू दाज मिले, धन मिले, जमीन जायदाद बेटी लैके आए। ये अपनी सोच नूं बदल दो, क्योंकि ये सोच बहुत माड़ी है अते जिस कारण एक उसका डिफैक्ट एक भ्रूण हत्या ते भी पैंदा है। भ्रूण हत्या भी एक बहुत महापाप है, बड़ा वड्डा पाप है। ठीक है, अज के दौर दे विच सरकारां ने बहुत उपराले कीते हैं, सज़ा का प्रावधान किया है ताकि लोग भ्रूण हत्या ना करन। समाज का भी ये फर्ज बनता है कि बेटी नूं पढ़ाइए तो बेटी नूं बचाइए, क्योंकि ये एक नूं पेट दे विच कतल कर देना, माँ के पेट दे विच कतल कर देना, कि उसका कोई हक नहीं बनता कि वह सृष्टि ते आवे, धरती माता ते आवे। हो सकता है जिसका तुसी कतल कर रहे हो वो आउण जदों उसका पैदाइश होवेगी, वो बेटी पढ़ेगी लिखेगी, वो बहुत वड्डा एक अफसर बन जाएगी, IAS IPS बन जाएगी। जिस तरह हो सकता है वो कोई मंत्री मिनिस्टर बन जाए, हो सकता है वो राज्यपाल भी बन सकती है, हो सकता है सुनीता विलियम तरह वो अंतरिक्ष तक भी जा सकती है। नीतां जिन्नां दियां सच्चियां बई रब उन्हां नूं मिलदा। नीतां जिन्नां दियां सच्चियां बई रब उन्हां नूं मिलदा। नीतां जिन्नां दियां सच्चियां रब उन्हां नूं मिलदा। नीतां जिन्नां दियां सच्चियां रब मेरा पिंड है जी नागपुर, पर मैं इस टाइम 18 साल हो गए मैंने फतेहाबाद रहंदे। मेरा बिजनेस है फतेहाबाद, तो मैं इत्थे हुण मेले ते असीं हर साल आने सारे होम आ के सारा परिवार। जब तो मैं सुरत संभाली है उदों तो ही असीं इत्थे आ रहे हैं, परिवार समैत आने, और बहुत वधिया लगता है इत्थे आके। ते बच्चों नूं संस्कार भी मिलते हैं, महापुरुषों के
ਸਤਸੰਗ ਦੇ ਵਿੱਚ ਜਦੋਂ ਪ੍ਰਵਚਨ ਸੁਣਦੇ ਹਾਂ ਬਹੁਤ ਵਧੀਆ ਰੂਹ ਨੂੰ ਸ਼ਾਂਤੀ ਮਿਲਦੀ ਹੈ। ਤਾਂ ਅਸੀਂ ਇਹੀ ਚਾਹਾਂਗੇ ਕਿ ਹੋਰ ਵੀ ਜਿੰਨੇ ਆਪਣੇ ਕੰਬੋਜ ਬਰਾਦਰੀ ਦੇ ਜਾਂ ਗੈਰ ਬਰਾਦਰੀ ਦੇ ਬੱਚੇ ਉਹ ਵੀ ਇੱਥੇ ਆਉਣ ਅਤੇ ਬਾਬਾ ਜੀ ਦੇ ਪ੍ਰਵਚਨ ਸੁਣਨ, ਕਿਉਂਕਿ ਬਾਬਾ ਜੀ ਬਹੁਤ ਹੀ ਕੁਰੀਤੀਆਂ ਬਾਰੇ ਵੀ ਬਹੁਤ ਕੁਝ ਸਮਝਾਉਂਦੇ ਨੇ, ਜਿਵੇਂ ਭਰੂਣ ਹੱਤਿਆ ਦਾ ਹੈ, ਨਸ਼ਿਆਂ ਤੋਂ ਮੁਕਤ ਰਹੋ ਔਰ ਵਿਆਹਾਂ ਦੇ ਘੱਟ ਖਰਚੇ ਕਰੋ, ਦਹੇਜ ਦਾ ਜਿਹੜਾ ਹੈ ਘੱਟ ਤੋਂ ਘੱਟ ਦਹੇਜ ਦੀ ਮੰਗ ਕਰੋ, ਪੜ੍ਹਾਈ ਵੱਲ ਜ਼ਿਆਦਾ ਧਿਆਨ ਦਿਓ। ਕਾਫੀ ਸਾਲ ਹੋ ਗਏ ਜੀ, ਪਹਿਲਾਂ ਬਜ਼ੁਰਗ ਆਉਂਦੇ ਸੀ ਓਕੇ, ਜਿਵੇਂ ਬਜ਼ੁਰਗਾਂ ਦੇ ਬਾਅਦ ਜੋ ਆਉਣ ਲੱਗ ਗਏ। ਠੀਕ ਹੈ ਮਤਲਬ ਹਰ ਸਾਲ ਆਉਂਦੇ ਹੋ ਤੁਸੀਂ? ਹਰ ਸਾਲ ਹੀ ਆਉਂਦੇ। ਕਿੰਨੀ ਕੁ ਦੇਰ ਤੋਂ ਆ ਰਹੇ ਹੋ ਫਿਰ ਵੀ ਤੁਸੀਂ? ਹਰੇਕ ਸਾਲ ਹੀ ਆਈਦਾ ਜੀ। ਓਕੇ। ਸਾਨੂੰ ਜਦੋਂ ਆਪਣਾ ਆਪ ਸੰਭਾਲਿਆ, ਪਹਿਲਾਂ ਛੋਟੇ ਬੱਚੇ ਹੁੰਦੇ ਸੀ, ਮਾਂ-ਬਾਪ ਦੇ ਨਾਲ ਆਉਂਦੇ ਸੀ ਜੀ, ਜਿਵੇਂ ਵੱਡੇ ਹੋਣ ਲੱਗ ਗਏ ਜੀ ਹੁਣ ਆਪਣੇ ਆਪ ਹੀ ਆਉਂਦੇ ਜੀ। ਕਿੱਦਾਂ ਮਤਲਬ ਬਾਬਾ ਜੀ ਦੇ ਡੇਰੇ ਤੋਂ ਇੱਕ ਅੱਛੀ ਫੀਲ ਵਾਈਬ ਜਾਂ ਮਤਲਬ ਕਿ ਇੱਕ ਐਨਰਜੀ ਕਿੱਦਾਂ ਦਾ ਫੀਲ ਹੁੰਦਾ ਤੁਹਾਨੂੰ ਇੱਥੇ? ਬਹੁਤ ਵਧੀਆ ਫੀਲ ਹੁੰਦਾ ਹੈ ਜੀ। ਸ਼ਾਂਤੀ ਮਿਲਦੀ ਆ? ਹਾਂਜੀ ਸ਼ਾਂਤੀ ਮਿਲਦੀ ਇੱਥੇ ਆ ਕੇ, ਸਾਰੇ ਕੰਮਾਂ ਕਾਰਾਂ ਤੋਂ ਮੰਨ ਲਓ ਛੁਟਕਾਰਾ ਮਿਲਦਾ ਇੱਥੇ ਆ ਕੇ, ਸ਼ਾਂਤੀ ਮਿਲਦੀ ਜੀ। ਠੀਕ। ਕੋਈ ਫਿਕਰ ਨਹੀਂ ਹੁੰਦਾ ਘਰ ਦਾ ਕਿਸੇ ਤਰ੍ਹਾਂ ਦਾ ਵੀ, ਉਹ ਕੰਮ ਕਰਨਾ ਉਹ ਕੰਮ ਕਰਨਾ ਜੀ। ਠੀਕ ਹੈ। ਇੱਥੇ ਆ ਕੇ ਬੇਫਿਕਰ ਹੋ ਜਾਂਦਾ ਜੀ। ਚਲੋ ਜੈ ਬਾਬਾ ਭੂਮਣ ਸ਼ਾਹ ਜੀ। ਜੈ ਬਾਬਾ ਭੂਮਣ। ਮੈਨੂੰ 4 ਸਾਲ ਹੋ ਗਏ ਆਉਂਦੀ ਨੂੰ, ਫਸਟ ਟਰਮ ਆਈ ਸੀ ਮੈਂ, ਤੇ ਉਦੋਂ ਬਾਅਦ ਹੁਣ ਹਰ ਸਾਲ ਹੀ ਮਨ ਕਰਦਾ ਵੀ ਇੱਥੇ ਜਾਈਏ, अच्छा लगता है। मैं गुरनाम दास विनायक, मंडी आदमपुर कॉटन का काम करते हैं। भट्टू में भी, भुन्ना में भी, सरसा में भी। बाबा जी के डेरे पे भी आते हैं, हर साल बहुत तमन्ना से सेवा भी करते हैं बाबा जी की। बाबा जी के डेरे में जो भी श्रद्धापूर्ण आते हैं सबकी कामना पूरी होती है। ਸੰਘਰਸ਼ਾਂ ਦਾ ਬਾਬਾ ਭੂਮਣ ਸ਼ਾਹ ਜੋ ਦਰਬਾਰ ਹੈ ਨਾ, ਇਹ ਸਮੂਹ ਸਾਧ ਸੰਗਤ ਦਾ ਦਰਬਾਰ ਹੈ। ਅਸੀਂ ਤਾਂ ਜਿਸ ਤਰ੍ਹਾਂ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਇੱਥੇ ਬੈਠੇ ਹਾਂ, ਅਤੇ ਸਭ ਤੋਂ ਵੱਡੀ ਸੇਵਾ ਤਾਂ ਸੰਗਤ ਦੀ ਹੈ ਜੋ ਇਸ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਦੇ ਦਰਬਾਰ ਦੀ ਸਾਂਭ ਸੰਭਾਲ ਕਰ ਰਹੀ ਹੈ। ਉਸ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦਾ ਆਸ਼ੀਰਵਾਦ ਜੋ ਕਿ ਸਾਰਾ ਸਾਲ ਇਸ ਗੁਰੂ ਦਰਬਾਰ ਦੀ ਦੇਖ ਰੇਖ ਕਰਦੇ ਹਨ, ਸਾਂਭ ਸੰਭਾਲ ਕਰਦੇ ਹਨ, ਬੜਾ ਮਨ ਜੋੜ ਕੇ ਸੇਵਾ ਕਰਦੇ ਹਨ, ਬੜੇ ਪ੍ਰੇਮ ਭਾਵ ਦੇ ਨਾਲ ਸੇਵਾ ਕਰਦੇ ਹਨ, ਬੜੀ ਸ਼ਰਧਾ ਲਗਨ ਦੇ ਨਾਲ ਸੇਵਾ ਕਰਦੇ ਹਨ। ਅਤੇ ਬਾਬਾ ਭੂਮਣ ਸ਼ਾਹ ਦਰਬਾਰ ਦੀ ਜਿਹਦੇ ਬਹੁਤ ਵੱਡੇ ਵੱਡੇ ਸਮਾਗਮ ਹੁੰਦੇ ਹਨ, ਜਿਸ ਤਰ੍ਹਾਂ 13 ਪੋਹ ਵਾਲੇ ਦਿਨ ਬਾਬਾ ਜੀ ਦਾ ਮਹਾਪਰਿਨਿਰਮਾਣ ਦਿਵਸ ਮਨਾਇਆ ਜਾਂਦਾ ਹੈ। ਬਾਬਾ ਭੂਮਣ ਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਕਮ ਸੇ ਕਮ 8-10 ਹਜ਼ਾਰ ਸੇਵਾਦਾਰ ਇਸ ਸੇਵਾ ਨੂੰ ਸੰਭਾਲਦੇ ਹਨ ਅਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ, ਬੜੇ ਅੱਛੇ ਤਰੀਕੇ ਦੇ ਨਾਲ, ਕੋਈ ਪਰਵਾਹ ਨਹੀਂ ਕਰਦੇ ਸਰਦੀ ਦੀ। ਅਤੇ ਮੈਂ ਇਹਨਾਂ ਆਪਣੇ ਗੁਰੂ ਦਰਬਾਰ ਦੇ ਸ਼ਰਧਾਲੂਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਤੁਸੀਂ ਬੜੇ ਸੱਚੇ ਭਗਤ ਹੋ, ਆਪ ਦੇ ਇਸ ਗੁਰੂ ਦਰਬਾਰ ਨੂੰ ਸੰਭਾਲਦੇ ਹੋ ਅਤੇ ਸੇਵਾ ਕਰਦੇ ਹੋ। ਅਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਦੌਰ ਦੇ ਵਿੱਚ ਵੀ ਤੁਸਾਂ ਨੇ ਇਸ ਗੁਰੂ ਦਰਬਾਰ ਨੂੰ ਸੰਭਾਲਣਾ ਹੈ ਅਤੇ ਸੇਵਾ ਕਰਦੇ ਹੀ ਰਹਿਣਾ ਹੈ ਅਤੇ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦੇ ਦਰਬਾਰ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣਾ ਹੈ। ਬਹੁਤ ਖੁਸ਼ੀ ਹੋ ਰਹੀ ਹੈ ਕਿ ਦ ਲਾਈਵ ਫਿਲਮ ਪ੍ਰੋਡਕਸ਼ਨ ਜੋ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦੀ ਡਾਕੂਮੈਂਟਰੀ ਤਿਆਰ ਕਰ ਚੁੱਕੇ ਹਨ, ਇਹਨਾਂ ਦੀ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ, ਆਸ਼ੀਰਵਾਦ ਦਿੰਦਾ ਹਾਂ ਕਿ ਵੱਧ ਤੋਂ ਵੱਧ ਇਹ ਸੰਗਤਾਂ ਦੇ ਵਿੱਚ ਇਹ ਡਾਕੂਮੈਂਟਰੀ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਜੋ ਆਪ ਨੇ ਤਿਆਰ ਕੀਤੀ ਹੈ, ਇਹ ਚੱਲੇ ਅਤੇ ਲੋਕਾਂ ਤੱਕ ਪਹੁੰਚੇ। ਡਾਕੂਮੈਂਟਰੀ ਨੂੰ ਦੇਖਣਾ ਹੈ ਅਤੇ ਡਾਕੂਮੈਂਟਰੀ ਨੂੰ ਦੇਖ ਕੇ ਆਪਣੇ ਜੀਵਨ ਦੇ ਵਿੱਚ ਉਤਾਰਨਾ ਹੈ ਅਤੇ ਅੱਗੇ ਦੇ ਵਾਸਤੇ ਵੀ ਸਮਾਜ ਦੇ ਵਿੱਚ, ਸੇਵਕਾਂ ਦੇ ਵਿੱਚ, ਸ਼ਰਧਾਲੂਆਂ ਦੇ ਵਿੱਚ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਹੈ ਤਾਂ ਕਿ ਸਮਾਜ ਦੇ ਵਿੱਚ, ਸੰਗਤਾਂ ਦੇ ਵਿੱਚ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦੇ ਜੀਵਨ 'ਤੇ ਡਾਕੂਮੈਂਟਰੀ ਪਹੁੰਚੇ, ਲੋਕ ਦੇਖਣ ਅਤੇ ਇਸ ਦਾ ਲਾਭ ਉਠਾਉਣ ਕਿ ਬਾਬਾ ਭੂਮਣ ਸ਼ਾਹ ਜੀ ਦੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀ ਕੀ ਕਾਰਜ ਕੀਤੇ ਸਨ, ਕੀ ਕੀ ਸਾਨੂੰ ਸਮਝਾਉਣ ਦੇ ਵਾਸਤੇ ਸਿੱਖਿਆ ਦਿੱਤੀ ਸੀ। ਅੱਜ ਵੀ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਤੋਂ
ਬਾਬਾ ਬੁੰਮਣ ਸ਼ਾਹ ਮਹਾਰਾਜ ਜੀ ਦੇ ਉਪਦੇਸ਼ ਦਿੱਤੇ ਜਾਂਦੇ ਹਨ ਤੇ ਮੈਂ ਇਹਨਾਂ ਸ਼ਰਧਾਲੂਆਂ ਨੂੰ, ਇਹਨਾਂ ਸੇਵਕਾਂ ਨੂੰ ਦੇ ਲਾਈਫ ਫਿਲਮ ਪ੍ਰੋਡਕਸ਼ਨ ਡਾਕੂਮੈਂਟਰੀ ਜੋ ਤਿਆਰ ਕਰ ਰਹੇ ਨੇ, ਅੱਗੇ ਸੰਗਤਾਂ ਤੱਕ ਪਹੁੰਚਾ ਰਹੇ ਨੇ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਸ਼ੁਭਕਾਮਨਾ ਦਿੰਦਾ ਹਾਂ, ਆਸ਼ੀਰਵਾਦ ਦਿੰਦਾ। ਮੈਂ ਲਾਭਚੰਦ ਕੰਬੋਜ ਨਿਵਾਸੀ ਢਾਣੀ ਰਾਮਪੁਰਾ। ਅਸੀਂ ਸ਼ੁਰੂ ਤੋਂ ਹੀ ਗੁਰੂ ਦਰਬਾਰ ਨਾਲ ਜੁੜੇ ਹੋਏ ਹਾਂ, ਬਚਪਨ ਤੋਂ ਹੀ। ਔਰ ਬਾਬਾ ਬ੍ਰਹਮਦਾਸ ਜੀ ਦੇ ਰੂਪ ਵਿੱਚ ਸਾਨੂੰ ਬਾਬਾ ਬੁੰਮਣ ਸ਼ਾਹ ਦੀ ਜਿਹੜੀ ਛਵੀ ਵਿਖਦੀ ਹੈ, ਔਰ ਅਸੀਂ ਉਹਨਾਂ ਦੇ ਪ੍ਰਵਚਨਾਂ ਤੇ ਉਹਨਾਂ ਦੇ ਵਚਨਾਂ ਤੇ ਪੂਰਾ ਉਤਰ ਕੇ ਔਰ ਦਿਨ ਰਾਤ ਅਸੀਂ ਸੇਵਾ ਕਰ ਰਹੇ ਹਾਂ। ਗੱਦੀ ਦੇ 12ਵੇਂ ਸਨ ਬਾਬਾ ਬੁੰਮਣ ਸ਼ਾਹ ਜੀ ਦਾ ਪਾਵਨ ਰੂਪ, ਬਾਬਾ ਬੁੰਮਣ ਸ਼ਾਹ ਜੀ ਦੀ ਪਾਵਨ ਜੋਤ, ਪਰਮ ਪੂਜੀ ਪਰਮ ਸ਼ਰਧੇ ਗੁਰੂ ਮਹਾਰਾਜ ਬਾਬਾ ਬ੍ਰਹਮਦਾਸ ਜੀ ਮਹਾਰਾਜ, ਜੋ ਇਸ ਗੁਰੂ ਦਰਬਾਰ ਨੂੰ ਸਮਰਪਿਤ, ਪੂਰੀ ਸ੍ਰਿਸ਼ਟੀ ਨੂੰ ਸਮਰਪਿਤ, ਪੂਰੀ ਮਾਨਵਤਾ ਨੂੰ ਸਮਰਪਿਤ ਹੋ ਕੇ ਗੁਰੂ ਮਹਾਰਾਜ ਜੀ ਨੇ ਦਹੇਜ ਪ੍ਰਥਾ ਤੇ ਇਸ ਪੂਰਾ ਏਰੀਆ ਜੋ ਗੁਰੂ ਮਹਾਰਾਜ ਗੁਰੂ ਦਰਬਾਰ ਨਾਲ ਜੁੜਿਆ ਹੈ, ਜੋ ਬਾਬਾ ਬੁੰਮਣ ਸ਼ਾਹ ਦਰਬਾਰ ਨਾਲ ਜੁੜਿਆ ਹੈ, ਉਹ ਦਹੇਜ ਪ੍ਰਥਾ ਤੋਂ ਕੋਸੋਂ ਦੂਰ ਹੋ ਗਿਆ ਹੈ। ਮੈਂ ਡਾਕਟਰ ਹਰਭਜਨ ਸਿੰਘ ਕੰਬੋਜ, ਰਿਟਾਇਰਡ ਆਯੁਰਵੈਦਿਕ ਮੈਡੀਕਲ ਅਫਸਰ ਪੰਜਾਬ ਸਰਕਾਰ ਤੋਂ ਹਾਂ। ਪਿਛਲੇ 12 ਸਾਲ ਤੋਂ ਮੈਂ ਇੱਥੇ ਸੇਵਾ ਦਾ ਕੰਮ ਕਰ ਰਿਹਾ ਹਾਂ। ਬਚਪਨ ਤੋਂ ਅੱਜ ਤੱਕ ਜੋ ਮੈਂ ਡੇਰੇ ਦੇ ਵਿੱਚ ਗੁਰੂ ਬਾਬਾ ਬ੍ਰਹਮਦਾਸ ਮਹਾਰਾਜ ਦੀ ਦੇਖ ਰੇਖ ਵਿੱਚ ਉਹਨਾਂ ਦੀ ਅਪਾਰ ਕਿਰਪਾ ਸਦਕਾ ਜੋ ਪਰਿਵਰਤਨ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਹਨ, ਉਹ ਲਾ ਮਿਸਾਲ ਹਨ। ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਬਾਬਾ ਜੀ ਦੀ ਅਪਾਰ ਮਹਿਮਾ ਇੱਕ ਵੀਡੀਓ ਜਾਂ ਕੁਝ ਇੱਕ ਸ਼ਬਦਾਂ ਦੁਆਰਾ ਦਰਸਾਈ ਨਹੀਂ ਜਾ ਸਕਦੀ। ਇਸੇ ਲਈ ਬਾਬਾ ਜੀ ਦੀ ਇਸ ਅਪਰੰਪਾਰ ਮਹਿਮਾ ਦੀ ਇੱਕ ਹੋਰ ਵੀਡੀਓ ਲੈ ਕੇ ਜਲਦ ਹੀ ਤੁਹਾਡੇ ਸਨਮੁਖ ਹੋਵਾਂਗੇ।